ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਸਵਾਲ ਸੀਗੇ ਜਿਨ੍ਹਾਂ ਦੇ ਆਨਸਰ ਗੁਰੂ ਪਿਆਰੀ ਸਾਧ ਸੰਗਤ ਨੇ ਪੁੱਛੇ ਸੀਗੇ, ਤੇ ਪਹਿਲਾਂ ਤਾਂ ਮਾਫੀ, ਬਹੁਤ ਟਾਈਮ ਹੋ ਗਿਆ, ਪਰ ਕੁਛ ਰੁਝੇਵਿਆਂ ਕਰਕੇ ਨਹੀਂ ਹੋ ਸਕਿਆ। ਤੇ ਅੱਜ ਸੋਚਿਆ ਚਲੋ ਗੁਰੂ ਸਾਹਿਬ ਕਰਵਾ ਦੇਣ। ਸਵਾਲ ਗੁਰੂ ਸਾਹਿਬ ਦੀ ਹੀ ਕੋਈ ਰਮਜ਼ ਆ, ਕੋਈ ਖੇਡ ਹੈ ਗੁਰੂ ਸਾਹਿਬ ਦੀ ਜੋ ਚੱਲ ਰਹੀ, ਕਿਉਂਕਿ ਸਾਰਿਆਂ ਦੇ ਸਵਾਲ ਇੱਕ ਹੀ ਸੀਗੇ, ਇੱਕ ਹੀ ਪੁੱਛੇ ਅਲੱਗ ਅਲੱਗ ਰੂਹਾਂ ਨੇ, ਪਰ ਸਵਾਲ ਇੱਕ ਹੀ ਸੀਗੇ। ਜਿਵੇਂ ਗੁਰੂ ਸਾਹਿਬ ਆਪ ਹੀ ਕੋਈ ਖੇਡ ਰਚਾ ਰਹੇ ਹੋਣ। 3-4 ਰੂਹਾਂ ਦੇ ਸਵਾਲ ਸੀਗੇ, ਤੇ ਸਾਰਿਆਂ ਸਵਾਲਾਂ ਦੇ ਪਿੱਛੇ ਸਿਰਫ ਇੱਕ ਹੀ ਚੀਜ਼ ਸੀਗੀ ਜਿਹੜੀ ਸਾਰਿਆਂ ਨੂੰ ਜਾਣਨ ਦੀ ਸੀਗੀ, ਇੱਕ ਉਤਸੁਕਤਾ ਸੀਗੀ। ਦੇਖੋ, ਸਵਾਲ ਹੁਣ ਕਈ ਵਾਰੀ ਜਿੱਦਾਂ ਗੁਰਬਾਣੀ ਕਹਿ ਰਹੀ ਕਿ ਮਨ ਕਾ ਇਸ਼ਟ ਗੁਰ ਸੰਗ ਧਿਆਨ। ਕਿਹੜਾ ਗੁਰੂ? ਗੁਰੂ ਗ੍ਰੰਥ ਸਾਹਿਬ ਜੀ, ਜਾਂ ਕਈ ਵਾਰੀ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਸੰਤ ਜਨਾ ਮਿਲ ਹਰ ਜਸ ਗਾਇਓ। ਉਹ ਸੰਤ ਕਿੱਥੇ ਆ? ਕਿਹੜੇ ਸੰਤ ਦੀ ਗੱਲ ਹੋ ਰਹੀ? ਹਮ ਸਾਧ ਜਨਾ ਪਗ ਰਾਲੀ। ਉਹ ਸਾਧ ਜਨ ਕਿਹੜੇ ਆ? ਜਦੋਂ ਅਸੀਂ ਆਸ-ਪਾਸ ਨਿਗਾਹ ਮਾਰਦੇ ਹਾਂ ਤੇ ਇੱਕ ਤਾਂ ਸਾਡੀ ਸੰਗਤ ਹੀ ਕੁਛ ਉੱਦਾਂ ਦੀ ਹੁੰਦੀ ਆ ਕਿ ਸਾਨੂੰ ਨਹੀਂ ਦਿਸਦਾ। ਇੱਕ ਤਾਂ ਆਪਣੇ ਆਪ 'ਚੋਂ ਨਹੀਂ ਦਿਸਦਾ, ਤੇ ਇੱਕ ਸਾਡੇ ਜਿਹੜੇ ਆਸ-ਪਾਸ ਦੀ ਸੰਗਤ ਆ, ਹਨਾ। ਸੰਗਤ ਤੋਂ ਭਾਵ ਸਿਰਫ ਇਹ ਨਹੀਂ ਕਿ ਜੋ ਗੁਰਦੁਆਰੇ ਮਿਲਦੇ ਨੇ, ਹਰ ਇੱਕ ਚੀਜ਼ ਤੁਹਾਡੀ ਸੰਗਤ ਆ। ਤੁਸੀਂ ਖੁਦ ਇੱਕ ਸੰਗਤ ਹੋ, ਤੁਹਾਡੀਆਂ ਅੱਖਾਂ ਸੰਗਤ ਨੇ। ਜੇ ਤੁਸੀਂ ਕੁਛ ਉਹ ਚੀਜ਼ ਦੇਖੋਗੇ ਜਿਹੜੀ ਨਾਮ ਦੇ ਵਿੱਚ ਭਿੱਜੀ ਹੋਈ ਆ, ਤੇ ਤੁਸੀਂ ਸੰਗਤ ਕਰ ਰਹੇ ਹੋ। ਸੰਗਤ ਸਿਰਫ ਇਹ ਨਹੀਂ ਆ। ਦੇਖੋ, ਸੰਗਤ ਦਾ ਜਿਹੜਾ ਦਾਇਰਾ ਹੈ ਨਾ, ਉਹ ਅਸੀਮ ਆ, ਉਹ ਸੀਮਿਤ ਨਹੀਂ ਆ। ਅਸੀਂ ਖੁਦ ਸੰਗਤ ਨੂੰ ਸੀਮਤ ਬਣਾ ਕੇ ਰੱਖਿਆ। ਸਾਨੂੰ ਇਹ ਲੱਗਦਾ ਹੈ ਕਿ ਗੁਰਦੁਆਰਾ ਸਾਹਿਬ ਜਾਣਾ, ਉੱਥੇ ਬੈਠ ਕੇ ਸਾਰੀ ਸੰਗਤ ਦੇ ਵਿੱਚ ਕੀਰਤਨ ਸੁਣਨਾ ਜਾਂ ਕੋਈ ਵਿਚਾਰ, ਕੋਈ ਕਥਾ ਸੁਣਨੀ, ਉਹੀ ਸੰਗਤ ਆ। ਸਾਨੂੰ ਇੱਦਾਂ ਲੱਗਦਾ ਆ, ਪਰ ਪਿਆਰਿਓ, ਸੰਗਤ ਦੇ ਬਾਰੇ ਕੁਛ ਕਿਹਾ ਹੀ ਨਹੀਂ ਜਾ ਸਕਦਾ। ਸੰਗਤ ਕਿਸੇ ਵੀ ਕੈਦ 'ਚ ਨਹੀਂ ਆ। ਤੁਸੀਂ ਕਿਸੇ ਵੀ ਤਰ੍ਹਾਂ ਸੰਗਤ ਨੂੰ ਡਿਸਕ੍ਰਾਈਬ ਕਰ ਸਕਦੇ ਹੋ। ਸੰਗਤ, ਦੇਖੋ, ਜੋ ਤੁਸੀਂ ਦੇਖ ਰਹੇ ਹੋ ਨਾ, ਉਹ ਤੁਹਾਡੇ ਅੰਦਰ ਜੋ ਜਾ ਰਿਹਾ ਆ, ਉਹ ਸੰਗਤ ਰੂਪ ਹੋ ਕੇ ਜਾ ਰਿਹਾ। ਜੇ ਤੁਸੀਂ ਕੁਛ ਸੁਣ ਰਹੇ ਹੋ ਨਾ, ਹੁਣ ਮੰਨ ਲਓ ਭਾਵੇਂ ਗੁਰਬਾਣੀ ਕਹਿ ਰਹੀ ਕਿ ਉਹ ਚੀਜ਼ ਨਹੀਂ ਸੁਣਨੀ ਜਿਸ 'ਚ ਨਾਮ ਨਹੀਂ, ਹਨਾ। ਜਿੱਦਾਂ ਗੁਰਬਾਣੀ 'ਚ ਇਹ ਵੀ ਲਿਖਿਆ ਕਿ ਜਿੱਦਾਂ ਗੀਤ ਚੱਲਦੇ ਆ, ਹਨਾ, ਕਿ ਗੀਤ ਨਹੀਂ ਸੁਣਨੇ। ਉਹਦੀ ਵੀ ਪੰਕਤੀ ਹੈਗੀ ਆ, ਮੈਨੂੰ ਯਾਦ ਆ ਰਹੀ ਆ, ਮੈਂ ਕੱਢ ਲੈਂਦਾ। ਤੇ ਫਿਰ ਆਪਾਂ ਇਸ ਵਾਰਤਾਲਾਪ ਨੂੰ ਅੱਗੇ ਲਗਾਉਂਦੇ ਹਾਂ, ਕਿਉਂਕਿ ਇਹ ਕੋਈ ਪਲੈਨਡ ਨਹੀਂ ਹੁੰਦਾ ਕਿ ਇਹੀ ਬੋਲਣਾ। ਚਲੋ, ਗੁਰੂ ਸਾਹਿਬ ਨੇ ਜਿਸ ਦਿਸ਼ਾ ਦੇ ਵਿੱਚ ਇਹ ਵਾਰਤਾਲਾਪ ਅੱਗੇ ਵਧਾਉਣੀ ਚਾਹੁੰਦੇ ਵਧਾਉਣਗੇ। ਸੋ ਮੈਂ ਕੱਢ ਲੈਂਦਾ ਹਾਂ ਉਹ। ਹਾਂ, ਗੁਰਬਾਣੀ ਦੇਖੋ, ਗੀਤਾਂ ਬਾਰੇ ਕੀ ਕਹਿ ਰਹੀ ਗੰਧਣ ਵੈਣ ਰੱਤਾ ਹਿਤਕਾਰੀ, ਸ਼ਬਦੈ ਸੁਰਤ ਨਾ ਆਈ। ਕਹਿੰਦੇ ਕਿ ਗੰਦੇ ਗੀਤ ਸੁਣਨ 'ਚ ਮਸਤ ਰਹਿੰਦਾ ਹੈ। ਗੰਧਣ ਵੈਣ ਰੱਤਾ ਹਿਤਕਾਰੀ, ਸ਼ਬਦੈ ਸੁਰਤ ਨਾ ਆਈ। ਸ਼ਬਦ ਦੀ ਸਿਫਤ ਸਲਾਹ ਨਹੀਂ ਸੁਣਦਾ। ਗੰਧਣ ਵੈਣ,
ਜਿਸ ਦੇ ਵਿੱਚ ਜਾਂ ਤੇ ਆਪਣੀ ਅਮੀਰੀ ਬਾਰੇ ਕੁਛ ਕਿਹਾ ਜਾ ਰਿਹਾ ਹੈ, ਜਾਂ ਆਪਣੇ ਅੰਦਰ ਹੰਕਾਰ ਦੀ ਜਿਹੜੀ ਇੱਕ ਪਰਤ ਹੈ ਉਹਨੂੰ ਵਧਾਇਆ ਜਾ ਰਿਹਾ ਕਿ ਹਾਂ ਮੇਰੇ ਕੋਲ ਆ ਵੀ ਆ, ਮੈਂ ਇੱਦਾਂ ਵੀ ਕਰ ਸਕਦਾ, ਮੈਂ ਉੱਦਾਂ ਵੀ ਕਰ ਸਕਦਾ। ਜਾਂ ਫਿਰ ਕਿਸੇ ਇਸਤਰੀ ਦੇ ਰੂਪ ਦੀ ਸਰਾਹਨਾ ਹੋ ਰਹੀ ਆ, ਉਹ ਆ ਗੰਧਨ ਵੈਣ। ਹਰ ਇੱਕ ਚੀਜ਼ ਗੰਧਨ ਵੈਣ ਆ, ਜਿਹਦੇ ਵਿੱਚ ਨਾਮ ਦੀ ਗੱਲ ਨਹੀਂ ਹੋ ਰਹੀ। ਤੇ ਜਿੱਥੇ ਨਾਮ ਦੀ ਗੱਲ ਹੋ ਰਹੀ ਆ ਉਹ ਫਿਰ ਸ਼ਬਦ ਆ, ਉੱਥੇ ਫਿਰ ਸ਼ਬਦ ਦੀ ਗੱਲ ਹੋ ਰਹੀ ਆ, ਹਨਾ। ਗੀਤਾਂ ਦੇ ਵਿੱਚ ਕੀ ਆ, ਜਾਂ ਤੇ ਮੈਂ ਬਹੁਤ ਬਲਵਾਨ ਆ, ਜਾਂ ਮੇਰੇ ਕੋਲ ਫਲਾਣੀ ਕੋਈ ਗੱਡੀ ਆ, ਮੇਰੇ ਕੋਲ ਪਾਵਰ ਆ, ਜਾਂ ਕਿਸੇ ਇਸਤਰੀ ਨੂੰ ਇੰਪ੍ਰੈਸ ਕਰਨ ਲਈ ਉਹ ਗੀਤ ਗਾਉਂਦਾ ਆ, ਉਹਦੇ ਰੂਪ ਦੀ ਸਰਾਹਨਾ ਕਰਦਾ ਆ, ਹਨਾ। ਇਹ ਸਭ ਗੰਧਨ ਵੈਣ ਆ। ਹੁਣ ਦੇਖੋ, ਆਪਾਂ ਆਮ ਜੀ ਗੱਲ ਕਦੀ ਤੁਸੀਂ ਵੀ ਸੁਣੀ ਹੋਣੀ ਸੰਗਤ 'ਚ ਕਿ ਸਾਨੂੰ ਗੀਤ ਨਹੀਂ ਸੁਣਨੇ ਚਾਹੀਦੇ, ਪਰ ਇੱਕ ਬਹੁਤ ਹੀ ਨੋਰਮਲ ਜੀ ਗੱਲ ਆ, ਹਨਾ। ਸੁਣ ਲਏ ਤਾਂ ਕੀ ਹੋ ਗਿਆ, ਹਨਾ। ਨਹੀਂ ਸੁਣੇ ਤਾਂ ਕਿਉਂ ਨਹੀਂ ਸੁਣੇ। ਜੇ ਸਾਨੂੰ ਇਹ ਨਹੀਂ ਪਤਾ ਨਾ ਕਿ ਅਸੀਂ ਕਿਉਂ ਨਹੀਂ ਸੁਣਨੇ, ਫਿਰ ਉੱਥੇ ਉਸ ਚੀਜ਼ ਤੋਂ ਤੁਹਾਨੂੰ ਨਾਮ ਲੱਭ ਜਾਊਗਾ। ਤੇ ਜੇ ਅਸੀਂ ਉਸ ਗੱਲ ਨੂੰ ਪਕੜਾਂਗੇ ਨਹੀਂ ਨਾ, ਫਿਰ ਉਹਦੇ 'ਚੋਂ ਕੁਛ ਨਹੀਂ ਮਿਲਣਾ। ਜੇ ਤੁਸੀਂ ਭਾਵੇਂ ਨਹੀਂ ਸੁਣ ਰਹੇ, ਪਰ ਜੇ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਉਂ ਨਹੀਂ ਸੁਣ ਰਹੇ, ਉੱਥੇ ਵੀ ਨਾਮ ਨਹੀਂ ਆ। ਫਿਰ ਉੱਥੇ ਵੀ ਕੀ ਮਿਲ ਜਾਣਾ। ਤੁਸੀਂ ਨਹੀਂ ਵੀ ਸੁਣੋਗੇ ਤਾਂ ਕੀ ਮਿਲ ਜਾਣਾ ਤੁਹਾਨੂੰ? ਕੁਛ ਵੀ ਨਹੀਂ। ਇਸ ਕਰਕੇ ਜੋ ਅਸੀਂ ਕਰ ਰਹੇ ਹਾਂ ਤੇ ਜੋ ਅਸੀਂ ਨਹੀਂ ਕਰ ਰਹੇ, ਉਹਦੇ ਬਾਰੇ ਪੂਰਨ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ। ਜੋ ਤੁਸੀਂ ਸੁਣ ਰਹੇ ਹੋ ਉਹ ਤੁਹਾਡੀ ਸੰਗਤ ਆ। ਜੋ ਵੀ ਤੁਸੀਂ ਸੁਣ ਰਹੇ ਹੋ ਤੁਹਾਡੀ ਸੰਗਤ ਆ। ਕੀਰਤਨ ਸੁਣ ਰਹੇ ਹੋ, ਸੰਗਤ ਬਣਦਾ ਜਾ ਰਿਹਾ। ਜ਼ਰੂਰੀ ਨਹੀਂ ਆ ਫਿਰ ਤੁਸੀਂ ਕੀਰਤਨ 'ਚ ਬੈਠੇ ਹੋ, ਨਹੀਂ ਬੈਠੇ ਹੋ, ਫੋਨ 'ਤੇ ਹੀ ਸੁਣ ਰਹੇ ਹੋ, ਪਾਠ ਕਰ ਰਹੇ ਹੋ, ਸੰਗਤ ਬਣ ਰਿਹਾ ਆ। ਗੁਰੂ ਦੀ ਸੰਗਤ ਕਿਵੇਂ ਮਿਲੂਗੀ? ਕੁਐਸਚਨ ਇਹ ਸੀਗਾ ਭੈਣ ਜੀ ਦਾ ਕਿ ਗੁਰਬਾਣੀ ਕਹਿ ਰਹੀ ਆ ਕਿ ਗੁਰ ਸੰਗ ਧਿਆਨ, ਗੁਰੂ ਦੇ ਨਾਲ ਧਿਆਨ ਲਾ। ਤੇ ਗੁਰੂ ਮੈਨੂੰ ਕਿੱਥੇ ਲੱਭੂਗਾ? ਗੁਰੂ ਗ੍ਰੰਥ ਸਾਹਿਬ ਜੀ ਭਾਵੇਂ ਗੁਰੂ ਨੇ, ਪਰ ਮੈਂ ਧਿਆਨ ਕਿੱਦਾਂ ਲਾਵਾਂ, ਹਨਾ। ਹੁਣ ਗੁਰਬਾਣੀ 'ਚ ਵੀ ਆ ਕਿ ਸਤ ਸੰਗਤ ਮਿਲੈ ਸੋ ਤਰਿਆ, ਹਨਾ। ਸਤ ਸੰਗਤ ਕਿੱਥੇ ਆ? ਜੇ ਅਸੀਂ ਗੁਰਦੁਆਰੇ ਜਾ ਰਹੇ ਹਾਂ, ਉੱਥੇ ਵੀ ਗੱਲਾਂ ਸ਼ੁਰੂ ਹੋ ਜਾਂਦੀਆਂ, ਹਨਾ। ਕਦੀ ਕਿਸੇ ਦੀ ਬੁਰਾਈ ਸ਼ੁਰੂ ਹੋ ਜਾਂਦੀ, ਕੀਰਤਨ ਤੋਂ ਬਾਅਦ ਅਸੀਂ ਗੱਲਾਂ ਕਰਦੇ ਹਾਂ, ਜਾਂ ਲੰਗਰ ਪਕਾ ਰਹੇ ਹਾਂ, ਉੱਥੇ ਵੀ ਇੱਦਾਂ ਦੀਆਂ ਗੱਲਾਂ। ਫਿਰ ਜਿਹੜੀ ਰੂਹ ਜਗਿਆਸੂ ਆ, ਜਿਹਦੇ 'ਚ ਇੱਛਾ ਆ ਕਿ ਮੈਂ ਵਾਹਿਗੁਰੂ ਦੀ ਹੋਣਾ ਆ, ਉਹਨੂੰ ਸੰਗਤ ਲੱਭੇ ਕਿੱਥੋਂ? ਇੱਕ ਪਾਸੇ ਤਾਂ ਉਹ ਗੁਰਦੁਆਰੇ ਜਾ ਰਹੀ ਆ, ਉਹ ਬੈਠ ਰਹੀ ਆ, ਕਥਾ ਸੁਣ ਰਹੀ ਆ। ਉਸ ਕਥਾ ਦੇ ਵਿੱਚ ਬਹੁਤ ਸਾਰੇ ਹੋਰ ਰੂਹਾਂ ਬੈਠੀਆਂ ਨੇ, ਪਰ ਜਦੋਂ ਕਥਾ ਸਮਾਪਤ ਹੁੰਦੀ ਆ, ਫਿਰ ਉਹ ਮਾਹੌਲ ਇੱਦਾਂ ਦਾ ਆ ਕਿ ਗੱਲਾਂ 'ਚ ਬਦਲ ਰਿਹਾ ਆ, ਸੇਵਾ ਕਰਦਿਆਂ ਵੀ ਗੱਲਾਂ 'ਚ ਬਦਲ ਰਿਹਾ ਆ, ਹਨਾ। ਤੇ ਚਲੋ ਅੱਜ ਕੱਲ੍ਹ ਕਥਾ ਵੀ, ਚਲੋ ਇਸ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ ਕਿ ਪਰ ਜੋ ਇੱਕ ਰੂਹ ਨੂੰ ਚਾਹੀਦਾ ਆ, ਜਗਿਆਸੂ ਰੂਹ ਨੂੰ, ਉਹ ਉਹਨੂੰ ਗੁਰੂ ਘਰੋਂ ਵੀ ਨਹੀਂ ਮਿਲ ਰਿਹਾ। ਇਹ ਸੱਚਾਈ ਆ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰਦੁਆਰੇ ਨਹੀਂ ਜਾਣਾ ਚਾਹੀਦਾ, ਕਿਉਂਕਿ ਦੇਖੋ ਆਪਾਂ ਆਮ ਦੇਖੀਦਾ ਨਾ, ਵਿਸਾਖੀ 'ਤੇ ਜਾਂ ਕਿਸੇ ਗੁਰਪੁਰਬ 'ਤੇ ਗੁਰਦੁਆਰਾ ਸਾਹਿਬ 'ਚ ਬਹੁਤ ਭੀੜ ਹੁੰਦੀ ਆ। ਚਲੋ ਮੈਂ ਭੀੜ ਗਲਤ ਸ਼ਬਦ ਵਰਤ ਲਿਆ, ਬਹੁਤ ਸੰਗਤ ਹੁੰਦੀ ਆ। ਤੇ ਹੁਣ ਕੋਈ ਮੇਰੇ ਵਰਗਾ ਇੱਦਾਂ ਕਵੇ ਕਿ ਮੈਂ ਨਹੀਂ ਉੱਥੇ ਜਾਣਾ ਕਿਉਂਕਿ ਉੱਥੇ ਜੇਬ ਕੱਟੀ ਜਾਂਦੀ ਆ, ਜਾਂ ਕਹਿ ਲਓ ਕਿ ਬੁਰੇ ਅਨਸਰ ਵੀ ਉੱਥੇ ਆਉਂਦੇ ਆ, ਉਹ ਜੇਬ ਕੱਟ ਲੈਂਦੇ ਆ, ਜਾਂ ਧੱਕੇ ਵੱਜਦੇ ਆ, ਬਹੁਤ ਕੁਛ ਆ ਜੋ ਆਪਾਂ ਅਗਰ ਨੈਗੇਟਿਵ ਦੇਖਣਾ ਹੋਵੇ। ਪਰ ਜਿਹਦੇ ਅੰਦਰ ਭਾਵਨਾ ਆ, ਜਿਹਦੇ ਅੰਦਰ ਇੱਕ ਤੜਪ ਆ, ਉਹਨੇ ਉਸ ਮਾਹੌਲ 'ਚੋਂ ਵੀ ਬਹੁਤ ਕੁਛ ਲੈ ਆਉਣਾ। ਜੇ ਉਹ ਗੁਰੂ ਲਈ ਜਾ ਰਿਹਾ ਆ,
ਫਿਰ ਉਹਨੇ ਬਹੁਤ ਕੁਝ ਲੈ ਆਉਣਾ ਵਾਪਸ ਆਪਣੇ ਝੋਲੀ 'ਚ ਪਾ ਲੈਣਾ ਉਹਨੇ। ਇਸ ਕਰਕੇ ਹਰ ਚੀਜ਼ ਨੂੰ ਨੈਗੇਟਿਵਲੀ ਨਹੀਂ ਲੈਣਾ ਕਦੇ ਵੀ। ਗੁਰਦੁਆਰਾ ਸੰਗਤ ਲਈ ਬਣਾਇਆ ਗਿਆ ਤੇ ਇਹ ਸਾਡੇ ਤੇ ਡਿਪੈਂਡ ਕਰਦਾ ਅਸੀਂ ਕੀ ਵਾਪਸ ਲੈ ਕੇ ਆਉਣਾ। ਹਰ ਇੱਕ ਚੀਜ਼ ਨਾ ਸੰਗਤ ਤੇ ਡਿਪੈਂਡ ਕਰਦੀ ਆ। ਹੁਣ ਸ਼ੁਰੂਆਤ ਕਰਦੇ ਹਾਂ ਕਿ ਸੰਗਤ ਹੈ ਕਿਹੜੀ ਆ। ਇੱਕ ਤਾਂ ਅਸੀਂ ਇਹ ਕਲੀਅਰ ਕਰ ਲਿਆ ਕਿ ਜੋ ਅਸੀਂ ਦੇਖ ਰਹੇ ਹਾਂ ਉਹ ਸਾਡੀ ਸੰਗਤ ਆ, ਜੋ ਅਸੀਂ ਸੁਣ ਰਹੇ ਹਾਂ ਉਹ ਵੀ ਸਾਡੀ ਸੰਗਤ ਆ। ਇਸ ਤੋਂ ਕੀ ਭਾਵ ਹੋਊਗਾ, ਤੁਸੀਂ ਘਰੇ ਬੈਠੇ ਹੋ, ਕੰਮ ਕਰ ਰਹੇ ਹੋ, ਕੁਛ ਵੀ ਕਰ ਰਹੇ ਹੋ, ਤੁਸੀਂ ਸੰਗਤ 'ਚ ਰਹਿ ਸਕਦੇ ਹੋ। ਸੰਗਤ ਦੀ ਸੀਮਾ ਮੁੱਕ ਗਈ ਇਸ ਗੱਲੋਂ, ਕਿਉਂਕਿ ਤੁਸੀਂ ਰਸਨਾ ਤੋਂ ਵਾਹਿਗੁਰੂ ਬੋਲੋਗੇ, ਆਪਣੇ ਧਿਆਨ ਨੂੰ ਗੁਰੂ 'ਚ ਰੱਖੋਗੇ, ਆਪਣੇ ਧਿਆਨ ਨੂੰ ਗੁਰੂ ਦੇ ਵਿੱਚ ਰੱਖੋਗੇ। ਉਹੀ ਆ ਗੁਰਸੰਗ ਧਿਆਨ, ਹੈ ਨਾ। ਹੁਣ ਅਸੀਂ ਕਈ ਵਾਰੀ ਜੇ ਅਸੀਂ ਇਹ ਸਮਝ ਲਈਏ ਕਿ ਸਿਰਫ ਗੁਰਦੁਆਰੇ 'ਚ ਹੀ ਗੁਰੂ ਆ ਜਾਂ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਆ, ਸੰਗਤ 'ਚ ਉੱਥੇ ਬੈਠ ਕੇ ਕੀਰਤਨ ਸੁਣਨਾ ਹੀ ਸੰਗਤ ਆ, ਹੋਰ ਕੋਈ ਸੰਗਤ ਨਹੀਂ ਆ, ਤਾਂ ਫਿਰ ਅਸੀਂ ਤਾਂ ਉਸ ਸੰਗਤ ਨੂੰ ਇੱਕ ਦਾਇਰੇ 'ਚ ਕੈਦ ਕਰ ਲਿਆ ਨਾ ਕਿ ਜਦੋਂ ਅਸੀਂ ਜਾਵਾਂਗੇ ਤਾਂ ਕੁਛ ਪਾਵਾਂਗੇ। ਪਰ ਇੱਦਾਂ ਨਹੀਂ ਆ ਪਿਆਰਿਓ। ਹੁਣ ਕਈ ਸਾਡੇ ਸਿੰਘ ਸਿੰਘਣੀਆਂ ਐਸੇ ਹੋਏ ਆ ਜਿਨ੍ਹਾਂ ਨੇ 20-20, 25-25 ਸਾਲ ਦੀ ਕੈਦ ਕੱਟੀ। ਨਾ ਉੱਥੇ TV ਸੀ, ਨਾ ਉੱਥੇ ਗੁਰਮੁਖ ਰੂਹਾਂ ਦਾ ਸੰਗ ਸੀਗਾ, ਉੱਥੇ ਕੀਰਤਨ ਵੀ ਨਹੀਂ ਸੀਗਾ। ਚਲੋ ਕੋਈ ਦਿਨ ਤਿਉਹਾਰ ਆ ਜਾਣਾ ਜੇਲ੍ਹਾਂ ਦੇ ਵਿੱਚ ਤੇ ਉੱਥੇ ਕੀਰਤਨ ਹੋ ਜਾਣਾ, ਜਾਂ ਗੁਰਦੁਆਰੇ ਵੀ ਹੁੰਦੇ ਆ ਜੇਲ੍ਹਾਂ ਦੇ ਵਿੱਚ। ਪਰ ਮਾਹੌਲ ਕਿੱਦਾਂ ਦਾ ਤੁਸੀਂ ਸੋਚੋ। ਜਿਨ੍ਹਾਂ ਨੇ ਸਮਾਜ ਦੇ ਵਿੱਚ ਕੁਛ ਨਾ ਕੁਛ ਗਲਤ ਕੀਤਾ ਆ ਉਹ ਉੱਥੇ ਉਹਨਾਂ ਦਾ ਗੜ੍ਹ ਆ। ਫਿਰ ਗੁਰੂ ਦੇ ਸਿੰਘ ਤਾਂ ਉੱਥੇ ਵੀ ਚੜ੍ਹਦੀ ਕਲਾ 'ਚ ਰਹੇ। ਉਹ ਕਿਵੇਂ ਰਹੇ? ਫਿਜ਼ੀਕਲ ਸੰਗਤ ਤਾਂ ਉੱਥੇ ਸੀਗੀ ਨਹੀਂ, ਤੇ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਜਿਹੜੀ ਸੰਗਤ ਦੀ ਗੱਲ ਕਰ ਰਹੇ ਆ ਨਾ, ਉਹ ਵੀ ਫਿਜ਼ੀਕਲੀ ਨਹੀਂ ਆ। ਹੈ ਵੀ ਆ ਤੇ ਨਹੀਂ ਵੀ ਆ। ਹੈ ਇਸ ਲਈ ਕਹਿ ਸਕਦੇ ਹਾਂ ਕਿ ਆਪਾਂ ਕਈ ਵਾਰੀ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਸੰਤ ਜਨਾਂ ਮਿਲ ਹਰ ਜਸ ਗਾਇਓ, ਹੈ ਨਾ। ਸੰਤ ਜਨ ਤੋਂ ਭਾਵ ਸੰਗਤ ਦੀ ਗੱਲ ਹੋ ਰਹੀ ਆ। ਜੇ ਅਸੀਂ ਸੰਗਤ 'ਚ ਬੈਠਾਂਗੇ ਤਾਂ ਹੀ ਹਰੀ ਜਸ ਗਾਵਾਂਗੇ ਨਾ। ਹੁਣ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਗੁਰਦੁਆਰੇ ਜਾ ਕੇ ਕੀਰਤਨ ਸੁਣਨਾ ਸੰਗਤ ਨਹੀਂ ਆ। ਉਹ ਵੀ ਸੰਗਤ ਆ, ਪਰ ਸੰਗਤ ਦੇ ਕਰੋੜਾਂ ਹੀ ਰੂਪ ਨੇ, ਕਰੋੜਾਂ ਹੀ ਰੂਪ। ਜੇ ਹੁਣ ਮੰਨ ਲਓ ਕੋਈ ਸਿੰਘ ਆ ਜਾਂ ਸਿੰਘਣੀ ਆ ਜਿਹਨੇ ਬਹੁਤ ਸਾਲ ਕੀਰਤਨ ਕੀਤੇ, ਕਥਾਵਾਂ ਸੁਣੀਆਂ, ਗੁਰਦੁਆਰੇ 'ਚ ਜਾਂਦੀ ਰਹੀ ਉਹ ਰੂਹ, ਪਰ ਅੱਜ ਉਹ ਸਟੇਜ ਹੈ ਕਿ ਜਿੱਥੇ ਉਹਦਾ ਸਰੀਰ ਨਹੀਂ ਕੰਮ ਕਰ ਰਿਹਾ, ਹੈ ਨਾ। ਉਹਦੇ ਕੋਲ ਬੈੱਡ ਤੋਂ ਉੱਠਿਆ ਹੀ ਨਹੀਂ ਜਾ ਰਿਹਾ, ਤੇ ਕੀ ਫਿਰ ਉਹ ਸੰਗਤ 'ਚ ਨਹੀਂ ਜਾ ਸਕਦੀ? ਫਿਰ ਉੱਥੇ ਲਿਮੀਟੇਸ਼ਨ ਆ ਗਈ ਨਾ। ਸੰਗਤ ਲਿਮਿਟ 'ਚ ਰਹਿ ਹੀ ਨਹੀਂ ਸਕਦੀ। ਸੰਗਤ ਹਰ ਪਾਸੇ ਆ। ਜੋ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ, ਕਰ ਰਹੇ ਹੋ, ਹਰ ਇੱਕ ਚੀਜ਼ ਤੁਹਾਡੀ ਸੰਗਤ ਬਣ ਰਹੀ ਆ। ਸੰਗਤ 'ਚੋਂ ਹੀ ਗੁਰੂ ਪ੍ਰਗਟ ਹੋਣਾ। ਇੱਕ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆ, ਹੈ ਨਾ। ਜਿਵੇਂ ਸਾਡੀ ਸ਼ੁਰੂਆਤ ਹੋਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਫਿਰ ਗੁਰੂ ਗੋਬਿੰਦ ਸਿੰਘ ਜੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋਇਆ। ਠੀਕ ਆ, ਉਹ ਇੱਕ ਸਾਨੂੰ ਇੱਕ ਬਹੁਤ ਵੱਡਾ ਖਜ਼ਾਨਾ ਮਿਲਿਆ, ਪਰ ਇਸ ਖਜ਼ਾਨੇ 'ਚੋਂ ਅਸੀਂ ਉਹ ਖਜ਼ਾਨਾ ਪ੍ਰਗਟ ਕਰਨਾ ਹੈ ਗੁਰੂ ਦੀ ਕਿਰਪਾ ਨਾਲ, ਜਿਹੜਾ ਸਾਡੇ ਅੰਦਰ ਆ। ਇੱਕ ਖਜ਼ਾਨਾ ਤਾਂ ਸਾਡੇ ਕੋਲ ਹੈਗਾ ਹੈ ਨਾ, ਗੁਰਬਾਣੀ, ਪਰ ਸਾਨੂੰ ਉੱਠ ਕੇ ਜਾਣਾ ਪੈਣਾ ਉਸ ਖਜ਼ਾਨੇ 'ਚੋਂ ਕੁਛ ਸਿੱਖਣ ਲਈ। ਪਰ ਇਸ ਖਜ਼ਾਨੇ ਨੂੰ ਜੇ ਅਸੀਂ ਸਹੀ ਮਾਇਨਿਆਂ ਦੇ ਵਿੱਚ ਜੇ ਅਸੀਂ ਇਹਨੂੰ ਸਮਝਾਂਗੇ ਨਾ, ਤੇ ਜੋ ਖਜ਼ਾਨਾ ਅੰਦਰੋਂ ਫੁੱਟੂਗਾ, ਜੋ ਗਿਆਨ ਅੰਦਰੋਂ ਪ੍ਰਗਟ ਹੋਊਗਾ, ਜੋ ਗੁਰੂ ਅੰਦਰੋਂ ਪ੍ਰਗਟ ਹੋਊਗਾ, ਉਹ ਬਾਹਰ ਕਿਤੇ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਨੇ ਵੀ ਕਹਿ ਦਿੱਤਾ ਸੀਗਾ, ਸ਼ਬਦ ਗੁਰੂ। ਉਹ ਵੀ ਉਸ ਟਾਈਮ ਦੇ ਗੁਰੂ ਸੀਗੇ ਨਾ ਸਾਡੇ ਲਈ। ਉਹਨਾਂ ਨੇ ਵੀ ਕਹਿਣਾ ਪਿਆ ਕਿ ਸ਼ਬਦ ਗੁਰੂ, ਮੇਰਾ ਸ਼ਬਦ ਹੀ ਗੁਰੂ ਆ। ਉਹਨਾਂ ਨੇ ਨਹੀਂ ਕਿਹਾ ਮੈਂ ਗੁਰੂ ਹਾਂ।
ਸਾਨੂੰ ਉਹਨਾਂ ਨੂੰ ਗੁਰੂ ਮੰਨਣਾ ਹੀ ਪੈਣਾ ਹੈ, ਕਿਉਂਕਿ ਸਾਡੇ ਲਈ ਉਹ ਸਾਧ ਜਨ ਨੇ, ਉਹ ਗੁਰੂ ਜਨ ਨੇ ਸਾਡੇ ਲਈ। ਸਾਨੂੰ ਉਹਨਾਂ ਦੇ ਰਸਤਿਆਂ 'ਤੇ ਚੱਲਣਾ ਪੈਣਾ ਆ। ਪਰ ਸਿੱਖ ਦਾ ਗੁਰੂ ਕੇਵਲ ਤੇ ਕੇਵਲ ਸ਼ਬਦ ਗੁਰੂ ਆ। ਜੇ ਤੁਸੀਂ ਸ਼ਬਦ ਗੁਰੂ ਨਾਲ ਜੁੜੋਗੇ ਨਾ, ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਮਾਇਨਿਆਂ 'ਚ ਗੁਰੂ ਮੰਨ ਸਕੋਗੇ, ਨਹੀਂ ਤਾਂ ਨਹੀਂ ਮੰਨ ਸਕੋਗੇ। ਨਹੀਂ ਤਾਂ ਅਸੀਂ ਉਹਨਾਂ ਨੂੰ ਸੀਮਿਤ ਰੂਪ ਦੇ ਦੇਣਾ, ਉਹਨਾਂ ਨੂੰ ਕਿਸੇ ਹੱਦ ਦੇ ਵਿੱਚ ਕੈਦ ਕਰ ਦੇਣਾ ਅਸੀਂ। ਹੁਣ ਚਲੋ ਇੱਕ ਗੱਲ ਹੋਰ ਅਸੀਂ ਐਗਜ਼ਾਮਪਲ ਲੈਂਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈਏ, ਜਿਹਦੇ ਵਿੱਚ ਉਹਨਾਂ ਨੇ ਸ਼ਬਦ ਗੁਰੂ ਦੀ ਗੱਲ ਕੀਤੀ ਹੈ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਕੋਈ ਸਿੰਘ ਆ ਜਿਹਨੇ ਅਸਲੀ ਦੇ ਵਿੱਚ ਬਾਣੀ ਨੂੰ ਕਮਾ ਲਿਆ, ਤੇ ਫਿਰ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਆਦਰ ਸਤਿਕਾਰ ਵੀ ਓਨਾ ਹੀ ਆ ਜਿੰਨਾ ਉਹ ਸ਼ਬਦ ਗੁਰੂ ਨੂੰ ਅੰਦਰੋਂ ਮਹਿਸੂਸ ਕਰ ਰਿਹਾ। ਆਪਣੀ ਸੰਗਤ ਸਹੀ ਰੱਖੋ, ਭਾਵ ਜੋ ਬੋਲ ਰਹੇ ਹੋ ਉਹਦੇ 'ਚ ਨਾਮ ਚੱਲ ਕੇ, ਜੋ ਸੁਣ ਰਹੇ ਹੋ ਉਹ ਨਾਮ ਹੋਣਾ ਚਾਹੀਦਾ, ਜੋ ਦੇਖ ਰਹੇ ਹੋ ਉਹ ਨਾਮ ਹੋਣਾ ਚਾਹੀਦਾ। ਜੇ ਤੁਸੀਂ ਇਹ ਵਾਲੀ ਸੰਗਤ ਆਪਣੀ ਸੁਧਾਰ ਲਓ, ਪਲੱਸ ਅਗਰ ਤੁਸੀਂ ਫਿਜ਼ੀਕਲੀ ਕਿਸੇ ਨੂੰ ਮਿਲ ਰਹੇ ਹੋ, ਗੁਰਦੁਆਰੇ ਵੀ ਜਾ ਰਹੇ ਹੋ, ਕੁਛ ਵੀ ਕਰ ਰਹੇ ਹੋ, ਤੇ ਸਮਝ ਲਓ ਕਿ ਮੈਂ ਸੰਗਤ ਕਰਨ ਚੱਲਿਆ। ਫਿਰ ਤੁਹਾਨੂੰ ਰਸਤੇ 'ਚ ਕੋਈ ਵੀ ਮਿਲਦਾ ਆ, ਸਿਵਾਏ ਨਾਮ ਤੋਂ ਕੋਈ ਗੱਲ ਨਹੀਂ ਹੋਣੀ ਚਾਹੀਦੀ। ਗੁਰਦੁਆਰੇ 'ਚ ਵੀ ਨਾਮ ਤੋਂ ਬਿਨਾਂ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ, ਗੁਰਮਤ ਦੀ ਗੱਲ ਕਰਨੀ। ਉਹ ਵੀ ਜੇ ਲੋੜ ਆ, ਅੰਦਰ ਕੋਈ ਸ਼ੰਕਾ ਆ ਹੈ ਨਾ, ਜੇ ਨਹੀਂ ਗੱਲ ਬਣ ਪਾ ਰਹੀ, ਖੁਦ ਤੋਂ ਕੁਛ ਨਹੀਂ ਹੋ ਰਿਹਾ, ਫਿਰ ਲੱਭੋ ਕਿ ਪੂਰੇ ਆਪਣੇ ਆਸ-ਪਾਸ ਦੇਖੋ, ਕੋਈ ਐਸੀ ਰੂਹ ਹੈਗੀ ਆ ਜਿਹਦੇ ਤੋਂ ਅਗਰ ਤੁਸੀਂ ਕੁਛ ਪੁੱਛ ਲਿਆ ਤੇ ਉਹਨੇ ਤੁਹਾਨੂੰ ਸੱਚ ਹੀ ਦੱਸਣਾ। ਜੇ ਕੋਈ ਇੱਦਾਂ ਦੀ ਫੀਲਿੰਗ ਤੁਹਾਡੇ ਅੰਦਰ ਹੈਗੀ ਆ, ਜਿਹੜਾ ਤੁਹਾਨੂੰ ਸੱਚਾ ਲੱਗਦਾ ਆ, ਤੇ ਉਹ ਵੀ ਤੁਹਾਡੀ ਸੰਗਤ ਬਣ ਸਕਦਾ, ਉਹ ਤੁਹਾਡੇ ਲਈ ਗੁਰੂ ਦਾ ਕੰਮ ਕਰ ਸਕਦਾ, ਉਹ ਵੀ ਕਰ ਸਕਦਾ। ਮੈਂ ਇਹ ਨਹੀਂ ਕਹੂੰਗਾ ਕਿ ਉਹੀ ਗੁਰੂ ਬਣ ਸਕਦਾ ਜਾਂ ਉਹੀ ਸਾਧ ਜਨ ਹੋ ਸਕਦਾ। ਗੁਰਸਿੱਖ ਪਿਆਰਿਆਂ ਦੇ ਵਿੱਚ ਗੁਰੂ ਜਿੰਨੀ ਤਾਕਤ ਹੁੰਦੀ ਆ। ਤੁਹਾਡੇ ਲਈ ਉਹ ਗੁਰੂ ਦਾ ਕੰਮ ਕਰ ਸਕਦੇ ਆ, ਭਾਵੇਂ ਉਹ ਗੁਰੂ ਨਹੀਂ ਨੇ। ਹੁਣ ਜੇ ਤੁਸੀਂ ਜਿਵੇਂ ਮੈਂ ਕਹਿ ਲਵਾਂ ਕਿ ਅਗਰ ਮੈਨੂੰ ਕੋਈ ਡਾਊਟ ਆ ਹੈ ਨਾ, ਤੇ ਫਿਰ ਮੈਂ ਆਪਣੀ ਸਿਆਣਪ ਪਿੱਛੇ ਰੱਖ ਕੇ ਮੈਂ ਅੰਦਰੋਂ ਰੂਹ ਤੋਂ ਮੱਥਾ ਟੇਕ ਦੂੰਗਾ ਕਿ ਨਹੀਂ, ਹੋ ਸਕਦਾ ਮੇਰੀਆਂ ਗੱਲਾਂ ਦਾ ਜਵਾਬ ਫਲਾਣਾ ਬੰਦਾ ਦੇ ਦੇਵੇ। ਮੈਂ ਉਹਨੂੰ ਗੁਰੂ ਰੂਪ ਜਾਣ ਕੇ ਹੀ ਪੁੱਛੂੰਗਾ। ਉਹ ਅਗਲਾ ਭਾਵੇਂ ਆਪਣੇ ਆਪ ਨੂੰ ਕੁਛ ਵੀ ਨਾ ਸਮਝਦਾ ਹੋਵੇ, ਉਹ ਆਪਣੇ ਆਪ ਨੂੰ ਕੂੜ ਹੀ ਸਮਝਦਾ ਹੋਵੇ, ਭਾਵੇਂ ਵਿਕਾਰੀ ਸਮਝਦਾ ਹੋਵੇ, ਪਰ ਜੇ ਮੈਂ ਕਿਸੇ ਤੋਂ ਕੁਛ ਲੈਣਾ ਹੈ ਨਾ, ਤੇ ਮੈਂ ਉਹਨੂੰ ਗੁਰੂ ਜਾਣ ਕੇ ਪੁੱਛੂੰਗਾ ਕਿ ਇਹ ਮੇਰੀ ਗੁਰੂ ਦੀ ਗੱਲ ਕਰੂਗਾ। ਹੋ ਸਕਦਾ ਮੇਰੀਆਂ ਸ਼ੰਕਾਵਾਂ ਦਾ ਉਹਨਾਂ ਦੀ ਨਿਵਰਤ ਹੋ ਸਕੇ। ਸਭ ਕੁਛ ਸਮਝਣ 'ਚ ਹੀ ਆ, ਸੰਗਤ ਵੀ ਸਮਝਣ 'ਚ ਹੀ ਆ। ਪਰ ਜੇ ਅਸੀਂ ਇਹੀ ਖੋਜੀ ਜਾਵਾਂਗੇ ਨਾ ਕਿ ਸਾਨੂੰ ਕੋਈ ਬਾਹਰੋਂ ਰਸਤਾ ਦਿਖਾਵੇ, ਫਿਰ ਗੱਲ ਨਹੀਂ ਬਣਨੀ। ਇਸ ਲਈ ਗੁਰੂ ਸਾਹਿਬ ਨੇ ਇਹੀ ਕਹਿਲਵਾਇਆ ਸੀ ਹੁਣੇ ਹੀ ਕਿ ਗੁਰਮੁਖ ਪਿਆਰੇ ਵੀ ਸਾਡੀ ਸੰਗਤ ਆ, ਗੁਰਮੁਖ ਪਿਆਰੇ ਵੀ ਗੁਰੂ ਰੂਪ ਆ, ਹੈ ਨਾ। ਗੁਰੂ ਸਾਹਿਬ ਨੇ ਵੀ ਕਿਹਾ ਹਰ ਜਨ ਉਹੋ ਜਿਹਾ ਹੀ ਹੋਣਾ ਚਾਹੀਦਾ ਆ ਜਿਹੋ ਜਿਹਾ ਗੁਰੂ ਆ, ਤਾਂ ਹੀ ਗੱਲ ਬਣਦੀ ਆ। ਅਤੇ ਜੇ ਅਸੀਂ ਹੈਲਪ ਲੈਣੀ ਆ ਤਾਂ ਲੈ ਸਕਦੇ ਹਾਂ ਇੱਦਾਂ। ਪਰ ਇੱਕ ਐਕਸਪੀਰੀਅੰਸ ਦੀ ਜੇ ਮੈਂ ਗੱਲ ਸ਼ੇਅਰ ਕਰਾਂ ਤੇ 99% ਤੁਹਾਡੀਆਂ ਸਾਰੀਆਂ ਸ਼ੰਕਾਵਾਂ ਦੀ ਨਿਵਰਤੀ ਜਿਹੜੀ ਆ ਨਾ, ਉਹ ਗੁਰੂ ਮੰਤਰ 'ਚ ਆ, ਉਹ ਨਾਮ 'ਚ ਆ। ਹੁਣ ਗੱਲ ਇੱਥੇ ਅਟਕ ਜਾਂਦੀ ਕਿ ਨਾਮ ਕੀ ਆ। ਇੱਕ ਭਾਈ ਸਾਹਿਬ ਦਾ ਇਹ ਵੀ ਕੁਐਸਚਨ ਸੀਗਾ ਕਿ ਉਹ ਕਹਿ ਰਹੇ ਸੀਗੇ ਕਿ
ਪਾਠ ਜਿੱਦਾਂ ਇੱਕ ਪੰਕਤੀ ਸੀਗੀ, ਪਾਠ ਪੜ੍ਹਿਓ ਅਰ ਬੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ। ਤੇ ਉਹ ਕਹਿ ਰਹੇ ਸੀਗੇ ਕਿ ਜਿੱਥੋਂ ਤੱਕ ਮੈਨੂੰ ਸਮਝ ਆਈ ਕਿ ਜੇ ਬਾਰ-ਬਾਰ ਜਾਪ ਕਰਨਾ ਜਾਂ ਪਾਠ ਪੜ੍ਹਨੇ, ਇਹ ਤਾਂ ਗੁਰਬਾਣੀ ਖੁਦ ਕਹਿ ਰਹੀ ਹੈ ਕਿ ਇਹ ਕਰਮ ਉੱਥੇ ਨਹੀਂ ਪਹੁੰਚਦੇ। ਫਿਰ ਨਾਮ ਕੀ ਆ, ਹਨਾ? ਫਿਰ ਨਾਮ ਕੀ ਆ? ਫਿਰ ਕਿਹਨੂੰ ਨਾਮ ਕਹੀਏ? ਜੇ ਕੋਈ ਅੱਖਰ ਨਾਮ ਨਹੀਂ ਆ, ਜੇ ਵਾਹਿਗੁਰੂ ਨਾਮ ਨਹੀਂ ਆ, ਅੱਲਾ ਕਹਿਣਾ ਨਾਮ ਨਹੀਂ ਆ, ਰਾਮ ਕਹਿਣਾ ਨਾਮ ਨਹੀਂ, ਕਿਸੇ ਸ਼ਬਦ ਦਾ ਉਹਨੂੰ ਰਿਪੀਟ ਕਰਨਾ, ਉਹਦੀ ਰਿਪੀਟੇਸ਼ਨ ਜਿਹੜੀ ਆ, ਜੇ ਉਹ ਨਾਮ ਨਹੀਂ ਆ, ਫਿਰ ਨਾਮ ਹੈਗਾ ਕੀ ਆ? ਜਾਂ ਰਿਪੀਟੇਸ਼ਨ ਹੀ ਨਾਮ ਆ? ਵਾਹਿਗੁਰੂ ਵਾਹਿਗੁਰੂ ਬੋਲਣਾ ਹੀ ਨਾਮ ਆ, ਜਾਂ ਫਿਰ ਇਹ ਆ, ਜਾਂ ਕੀ ਆ? ਉਹਨਾਂ ਦਾ ਇਹ ਸਵਾਲ ਸੀਗਾ। ਦੇਖੋ, ਇੱਕ ਗੱਲ ਤਾਂ ਕਲੀਅਰ ਆ ਕਿ ਦੁਨੀਆ ਤੇ ਕੋਈ ਐਸਾ ਇਨਸਾਨ ਪੈਦਾ ਨਹੀਂ ਹੋਇਆ ਜਿਹੜਾ ਉਹਦਾ ਨਾਮ ਦੱਸ ਸਕੇ। ਜਿਵੇਂ ਮੇਰਾ ਬੇਟਾ ਆ, ਮੇਰੀ ਮਰਜ਼ੀ ਆ ਮੈਂ ਉਹਨੂੰ ਕੀ ਪੁਕਾਰਾਂ, ਹਨਾ? ਮੈਂ ਉਹਨੂੰ ਕੁਛ ਵੀ ਕਹਿ ਕੇ ਬੁਲਾ ਸਕਦਾ, ਕਿਉਂਕਿ ਮੇਰੇ ਅੰਦਰ ਪਿਆਰ ਆ। ਜਿਹੋ ਜਿਹਾ ਮੈਨੂੰ ਸੋਹਣਾ ਲੱਗਦਾ ਮੈਂ ਉਹਨੂੰ ਬੋਲਦਾ। ਹੁਣ ਕਈਆਂ ਦਾ ਇਹ ਆ ਕਿ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ ਆ, ਪਰ ਬਣਦਾ ਕੁਛ ਨਹੀਂ। ਇਹ ਕੀ ਆ, ਬਾਰ-ਬਾਰ ਰਿਪੀਟੇਸ਼ਨ ਕਰਦੇ ਰਹਿੰਦੇ ਹੋ ਤੇ ਦੂਸਰਿਆਂ ਨੂੰ ਵੀ ਕਹਿੰਦੇ ਹੋ ਕਰੋ, ਪਰ ਵਾਹਿਗੁਰੂ ਨਾਮ ਤਾਂ ਹੈ ਹੀ ਨਹੀਂ ਆ। ਉਹ ਇਸ ਗੱਲ ਨੂੰ ਕਹਿੰਦੇ ਆ। ਠੀਕ ਆ, ਕੋਈ ਸ਼ਬਦ ਨਾਮ ਨਹੀਂ ਹੋ ਸਕਦਾ, ਇਹ ਗੱਲ ਤਾਂ ਪੱਕੀ ਆ, ਠੀਕ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਫਿਰ ਜੇ ਸ਼ਬਦ ਨਾਮ ਹੋਵੇ, ਜੇ ਵਰਡ ਨਾਮ ਹੋਵੇ, ਫਿਰ ਕੋਈ ਕਹੂਗਾ ਰਾਮ ਰਾਮ ਨਾਮ ਆ, ਕੋਈ ਕਹੂਗਾ ਅੱਲਾ ਨਾਮ ਆ, ਫਿਰ ਕੋਈ ਕਹੂਗਾ ਵਾਹਿਗੁਰੂ ਨਾਮ ਆ। ਪਰ ਗੱਲ ਸਾਰੀ ਨਾ ਪ੍ਰੇਮ ਤੇ ਖੜੀ ਆ। ਜੇ ਤੁਹਾਡੇ ਅੰਦਰ ਪ੍ਰੇਮ ਹੈ ਨਾ, ਫਿਰ ਤੁਸੀਂ ਰਾਮ ਰਾਮ ਵੀ ਜਪ ਸਕਦੇ ਹੋ, ਫਿਰ ਤੁਸੀਂ ਅੱਲਾ ਵੀ ਜਪ ਸਕਦੇ ਹੋ, ਫਿਰ ਤੁਹਾਨੂੰ ਵਾਹਿਗੁਰੂ ਬੋਲਣ 'ਚ ਵੀ ਕੋਈ ਦਿੱਕਤ ਨਹੀਂ ਆਉਣੀ, ਫਿਰ ਤੁਹਾਨੂੰ ਜਪਜੀ ਸਾਹਿਬ ਕਰਨ 'ਚ ਰਿਪੀਟੇਸ਼ਨ ਨਹੀਂ ਲੱਗਣੀ। ਕਿਉਂਕਿ ਕਈਆਂ ਦਾ ਇਹ ਮੰਨਣਾ ਹੈ ਕਿ ਵਾਹਿਗੁਰੂ ਵਾਹਿਗੁਰੂ ਜਪਣਾ ਨਾਮ ਨਹੀਂ ਆ, ਗੁਰਬਾਣੀ ਹੀ ਸਭ ਕੁਛ ਆ। ਪਰ ਫਿਰ ਰਿਪੀਟੇਸ਼ਨ ਤਾਂ ਗੁਰਬਾਣੀ 'ਚ ਵੀ ਆ, ਤੁਸੀਂ ਹਰ ਰੋਜ਼ ਪੜ੍ਹਦੇ ਹੋ, ਹਨਾ? ਫਿਰ ਜਿਹੜੀ ਚੀਜ਼ ਰੋਜ਼ ਨਿੱਤ ਕੀਤੀ ਜਾਵੇ ਉਹ ਰਿਪੀਟੇਸ਼ਨ ਬਣਦੀ ਆ। ਫਿਰ ਤੁਸੀਂ ਕਿਹੜੀ ਚੀਜ਼ 'ਚ ਰਿਪੀਟੇਸ਼ਨ ਨਹੀਂ ਆ? ਹਰ ਚੀਜ਼ 'ਚ ਰਿਪੀਟੇਸ਼ਨ ਆ। ਫਿਰ ਨਾਮ ਕਿੱਥੋਂ ਲੱਭੋਗੇ? ਕੀ ਕਰੋਗੇ? ਜੇ ਅਸੀਂ ਇੰਨੀਆਂ ਕਹਿ ਲਈਏ ਕਿ ਦੁਚਿੱਤੀਆਂ 'ਚ ਫਸੇ ਹੋਏ ਹਾਂ, ਹਨਾ? ਇੰਨਾ ਅਸੀਂ ਸੋਚਦੇ ਹਾਂ ਕਿ ਨਹੀਂ ਆ ਵੀ ਨਾਮ ਨਹੀਂ ਆ, ਆ ਵੀ ਇੱਦਾਂ ਆ, ਆ ਵੀ ਉੱਦਾਂ ਆ, ਫਿਰ ਸਦਾ ਹੀ ਉਹ ਅੰਦਰ ਕਲਪ ਬਣੀ ਰਹੂਗੀ, ਇੱਕ ਫਾਲਤੂ ਦੀ ਉਹ ਚੀਜ਼ ਬਣੀ ਰਹੂਗੀ ਕਿ ਫਿੱਕ ਜੀ ਬਣੀ ਰਹੂਗੀ। ਵੇਖੋ, ਜਿਹਦੇ ਅੰਦਰ ਨਾਮ ਚੱਲਦਾ ਹੈ ਨਾ, ਜੇ ਉਹ ਵਾਹਿਗੁਰੂ ਬੋਲਦਾ ਆ ਤੇ ਉਹ ਕਿਸੇ ਮੀਨਿੰਗ ਲਈ ਬੋਲਦਾ ਆ। ਜੋ ਉਹਦੇ ਅੰਦਰ ਚੱਲ ਰਿਹਾ ਨਾ, ਉਹਨੂੰ ਮਾਣ ਕੇ ਵਾਹਿਗੁਰੂ ਬੋਲਦਾ ਹੈ ਕਿ ਵਾਹਿਗੁਰੂ ਮਤਲਬ ਕਿ ਗੁਰੂ ਤੂੰ ਵਾਹ ਆ। ਵਾਹਿਗੁਰੂ ਦਾ ਮਤਲਬ ਕਿ ਮੇਰੇ ਗੁਰੂ ਤੂੰ ਵਾਹ ਆ। ਤੇ ਗੁਰੂ ਕੌਣ ਹੈ? ਜੋ ਅੰਦਰ ਵਰਤ ਰਿਹਾ, ਜੋ ਉਹਨੂੰ ਕਦੀ ਬੋਰ ਨਹੀਂ ਹੋਣ ਦੇ ਰਿਹਾ, ਜੋ ਅੰਦਰ ਉਹਦੇ ਇੱਕ ਆਨੰਦ ਪੈਦਾ ਕਰ ਰਿਹਾ, ਜੋ ਜਦੋਂ ਆਸ-ਪਾਸ ਦੇਖਦਾ ਆ ਪੂਰੇ ਸੰਸਾਰ ਨੂੰ, ਹਰਿਆਲੀ ਨੂੰ ਦੇਖਦਾ ਆ, ਜਾਂ ਕਹਿ ਲਓ ਸਾਰੇ ਜੀਵਾਂ ਦੇ ਵਿੱਚ ਦੇਖਦਾ ਆ, ਜਾਂ ਉਹਦੇ ਪਸਰੇ ਹੋਏ ਪਸਾਰੇ ਦੇ ਵਿੱਚ ਉਹਦੇ ਗੁਣਾਂ ਨੂੰ ਲੱਭ ਕੇ ਉਹਨੂੰ ਵਾਹ ਕਹਿੰਦਾ ਆ, ਅੰਦਰੋਂ ਫੀਲ ਕਰਕੇ ਵਾਹ ਕਹਿੰਦਾ ਆ। ਉਹ ਰਿਪੀਟੇਸ਼ਨ ਕਿੱਥੇ ਬਣਦੀ ਆ? ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਰਿਪੀਟੇਸ਼ਨ ਆ, ਉਹੀ ਨਾਮ ਆ। ਫਿਰ ਇੱਕ ਸਟੇਜ ਹੁੰਦੀ ਆ ਜਿਹਦੇ 'ਚ ਤੁਸੀਂ ਭਾਵੇਂ ਨਾ ਬੋਲੋ ਵਾਹਿਗੁਰੂ, ਤਾਂ ਵੀ ਅੰਦਰ ਨਾਮ ਚੱਲ ਰਿਹਾ। ਨਾਮ ਇੱਕ ਫੀਲਿੰਗ ਆ,
ਇੱਕ ਪ੍ਰੇਮ ਹੈ, ਇੱਕ ਚਾਹੋ ਆ ਉਹਦੇ ਲਈ। ਫਿਰ ਗੱਲ ਇੱਥੇ ਖੜੀ ਹੁੰਦੀ ਕਿ ਕੀ ਵਾਹਿਗੁਰੂ ਜਪਣਾ ਚਾਹੀਦਾ? ਬਿਲਕੁਲ ਜਪਣਾ ਚਾਹੀਦਾ। ਇਹਦੇ 'ਚ ਨਾਮ ਵਾਲੀ ਤੇ ਕੋਈ ਗੱਲ ਹੀ ਨਹੀਂ। ਹਰ ਚੀਜ਼ ਦੇ ਵਿੱਚ ਜੇ ਅਸੀਂ ਉਹਨੂੰ ਤੂੰ ਕਵਾਂਗੇ, ਜੇ ਵਾਹਿਗੁਰੂ ਜਪ ਰਿਹਾ ਆ ਤਾਂ ਕੁਛ ਗਲਤ ਤਾਂ ਨਹੀਂ ਕਰ ਰਿਹਾ ਨਾ। ਦੇਖੋ, ਨਾਮ ਜਿਹੜੀ ਹੈ ਨਾ ਉਹ ਘਾਲਣਾ ਆ। ਘਾਲਣਾ ਤੋਂ ਬਾਅਦ ਨਾਮ ਮਿਲਦਾ ਹੈ। ਹੁਣ ਜੇ ਤੁਸੀਂ ਨਰਸਰੀ ਦੇ ਬੱਚੇ ਨੂੰ PhD ਦੀ ਕਲਾਸ 'ਚ ਬਿਠਾ ਦਿਓਗੇ ਤੇ ਉਹ ਕੀ ਕਰੂਗਾ? ਕੁਛ ਵੀ ਨਹੀਂ ਕਰ ਸਕਦਾ। ਉਹਨੂੰ ਸ਼ੁਰੂਆਤ ABC ਤੋਂ ਹੀ ਕਰਨੀ ਪੈਣੀ। ਵਾਹਿਗੁਰੂ ਗੁਰੂ ਮੰਤਰ ਉਹੀ ਚੀਜ਼ ਆ। ਜੇ ਤੁਸੀਂ ਜਪ ਰਹੇ ਹੋ ਤਾਂ ਓਨੇ ਚਿਰ ਦੇ ਲਈ ਤੁਸੀਂ ਵਿਕਾਰਾਂ ਤੋਂ ਪਰੇ ਹੋ ਸਕਦੇ ਹੋ। ਤੁਹਾਨੂੰ ਚੇਤਾ ਰਹਿ ਸਕਦਾ ਕਿ ਹਾਂ ਮੈਂ ਕੀ ਕਰਨਾ ਹੈ। ਭਾਵੇਂ ਜ਼ੁਬਾਨ ਰਿਪੀਟ ਕਰ ਰਹੀ ਆ, ਕਰਨ ਦਿਓ, ਕੋਈ ਗੱਲ ਨਹੀਂ। ਸ਼ੁਰੂਆਤ ਸਾਰਿਆਂ ਦੀ ਇੱਦਾਂ ਹੀ ਹੁੰਦੀ ਆ। ਰਿਪੀਟੀਸ਼ਨ ਤੋਂ ਹੀ ਸ਼ੁਰੂਆਤ ਹੁੰਦੀ ਆ। ਜੇ ਤੁਸੀਂ ਕਹਿ ਲਓ ਨਾ ਕਿ ਸ਼ੁਰੂਆਤ 'ਚ ਹੀ ਕਿਸੇ ਨੂੰ ਇੱਦਾਂ ਮਤਲਬ ਉਹੋ ਜਿਹੀ ਬਿਰਤੀ ਬਣ ਗਈ ਜਿੱਥੇ ਗੁਰੂ ਸਦਾ ਹੀ ਅੰਦਰ ਉਹਨੂੰ ਪ੍ਰਤੀਤ ਹੋ ਰਿਹਾ, ਹਰ ਕੰਮ ਕਰਦਿਆਂ ਉਹ ਪ੍ਰੇਮ 'ਚ ਖਿੱਚਿਆ ਹੋਇਆ ਹੈ। ਇਹ ਬਿਨਾਂ ਗੁਰਮੰਤਰ ਤੋਂ, ਗੁਰਮੰਤਰ ਮਤਲਬ ਵਾਹਿਗੁਰੂ, ਜੇ ਕੋਈ ਰਾਮ ਜਪਦਾ ਹੈ ਤੇ ਰਾਮ ਜਪ ਲਵੇ, ਕੋਈ ਗੱਲ ਨਹੀਂ। ਕੋਈ ਅੱਲਾ ਜਪਦਾ ਹੈ ਤਾਂ ਅੱਲਾ ਜਪ ਲਵੇ, ਕੋਈ ਚੱਕਰ ਨਹੀਂ। ਪਰ ਇੱਕ ਸਟੇਜ ਇਹੋ ਜਿਹੀ ਆ ਜਿੱਥੇ ਕੁਛ ਬੋਲਣ ਦਾ ਮਨ ਵੀ ਨਹੀਂ ਆ ਤੇ ਬੋਲਿਆ ਜਾ ਵੀ ਨਹੀਂ ਰਿਹਾ। ਕਿਉਂਕਿ ਜਿਵੇਂ ਇੱਕ ਵਿਕਾਰੀ ਹੁੰਦਾ ਨਾ, ਵਿਕਾਰੀ, ਉਹ ਜਿਹੜਾ ਵੀ ਕੰਮ ਕਰੇ, ਕੁਛ ਵੀ ਕਰੇ, ਵਿਕਾਰ ਉਹਦਾ ਪਿੱਛਾ ਨਹੀਂ ਛੱਡਦੇ। ਉਹ ਭਾਵੇਂ ਕੁਛ ਵੀ ਕਰ ਰਿਹਾ। ਐਗਜ਼ਾਮਪਲ ਮੰਨ ਲਓ ਕੋਈ ਕੱਪੜੇ ਧੋ ਰਿਹਾ, ਹੱਥ ਪੈਰ ਚੱਲ ਰਹੇ ਆ, ਕੱਪੜੇ ਧੁੱਪ ਰਹੇ ਆ, ਪਰ ਧਿਆਨ ਸਦਾ ਵਿਕਾਰਾਂ 'ਚ, ਉਹਨਾਂ ਸੋਚਾਂ ਦੇ ਵਿੱਚ ਆ। ਤੇ ਕੀ ਉਹ ਜਿਸ ਵਿਕਾਰ ਨੂੰ ਆਪਣੇ ਅੰਦਰ ਭੋਗ ਰਿਹਾ ਹੈ, ਕੀ ਉਹਦਾ ਉਹ ਨਾਮ ਜਪ ਰਿਹਾ ਹੈ? ਨਹੀਂ ਜਪ ਰਿਹਾ ਨਾ। ਆਪਣੇ ਆਪ ਹੀ ਚੱਲ ਰਿਹਾ ਸਭ ਕੁਛ ਅੰਦਰ, ਇੱਕ ਫਿਲਮ ਦੀ ਤਰ੍ਹਾਂ ਚੱਲ ਰਿਹਾ ਅੰਦਰ ਸਭ ਕੁਛ। ਜਿਸ ਚੀਜ਼ 'ਚੋਂ ਉਹ, ਜਿਸ ਫੀਲਿੰਗ 'ਚੋਂ ਉਹ ਆਪਣੇ ਵਿਕਾਰਾਂ ਦੀ ਪੂਰਤੀ ਕਰਦਾ ਆ, ਉਹ ਚੀਜ਼ ਦਾ ਉਹ ਜਾਪ ਨਹੀਂ ਕਰ ਰਿਹਾ, ਪਰ ਫਿਰ ਵੀ ਸਭ ਕੁਛ ਉਹਦੇ ਅੰਦਰ ਚੱਲ ਰਿਹਾ। ਉਹਦੇ ਅੰਦਰ ਵਿਕਾਰ ਚੱਲ ਰਿਹਾ ਹੈ ਨਾ। ਉਹਨਾਂ ਵਿਕਾਰਾਂ ਨੂੰ ਭੋਗ ਕੇ ਉਹ ਆਪਣਾ ਟਾਈਮ ਪਾਸ ਕਰ ਰਿਹਾ। ਤੇ ਕੀ ਉਹ ਉਹਨਾਂ ਵਿਕਾਰਾਂ ਨੂੰ ਜਪ ਰਿਹਾ ਆ? ਨਹੀਂ ਜਪ ਰਿਹਾ। ਉਹ ਆਪਣੇ ਆਪ ਹੀ ਚੱਲ ਰਿਹਾ, ਕਿਉਂਕਿ ਉਹਦਾ ਧਿਆਨ ਵਿਕਾਰਾਂ 'ਚ ਆ। ਉੱਦਾਂ ਹੀ ਜਦੋਂ ਕੋਈ ਉਹਨੂੰ ਧਿਆ ਕੇ, ਹਰ ਚੀਜ਼ 'ਚ ਉਹਨੂੰ ਦੇਖ ਕੇ, ਭਾਣੇ 'ਚ ਰਹਿ ਕੇ, ਜੇ ਕੋਈ ਦੁੱਖ ਆ ਗਿਆ ਤਾਂ ਵੀ ਉਹਨੂੰ ਕੁਛ ਨਹੀਂ ਕਹਿਣਾ। ਜੇ ਸੁੱਖ ਆ ਗਿਆ ਤਾਂ ਉਹਨੂੰ ਕੋਈ ਇੰਨਾ ਚਾਅ ਨਹੀਂ ਹੈ ਕਿ ਹਾਂ ਹੁਣ ਮੇਰੀ ਲਾਈਫ ਸੈੱਟ ਆ, ਹੁਣ ਮੈਂ ਇੱਦਾਂ ਆ ਉੱਦਾਂ ਆ। ਉਹਨੂੰ ਫਰਕ ਹੀ ਨਹੀਂ ਹੈਗਾ ਕੋਈ, ਕਿਉਂਕਿ ਉਹਨੂੰ ਪਤਾ ਹੈ ਮੈਂ ਗੁਰੂ ਨੂੰ ਫੀਲ ਕਰ ਪਾ ਰਿਹਾ। ਤੇ ਜਿਹੜਾ ਗੁਰੂ ਨੂੰ ਫੀਲ ਕਰ ਪਾਵੇ, ਜਿਹੜਾ ਹਰ ਕਾਰਜ ਕਰਦਿਆਂ ਜਿਹਦਾ ਧਿਆਨ ਵਾਹਿਗੁਰੂ 'ਚ ਆ, ਉਹੀ ਨਾਮ ਆ, ਉਹੀ ਗੁਰਸੰਗ ਧਿਆਨ ਆ। ਹੁਣ ਕਈ ਇਹ ਵੀ ਕਹਿਣਗੇ ਕਿ ਸਿੱਖ ਧਰਮ 'ਚ ਹੀ ਹੋ ਕੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਵਾਹਿਗੁਰੂ ਜਪਣਾ ਨਾਮ ਨਹੀਂ ਆ। ਪਿਆਰਿਓ, ਵਾਹਿਗੁਰੂ ਜਪਣਾ ਵੀ ਨਾਮ ਆ, ਵਾਹਿਗੁਰੂ ਸੁਣਨਾ ਵੀ ਨਾਮ ਆ। ਹਰ ਇੱਕ ਚੀਜ਼ ਜਿਹੜੀ ਫੀਲਿੰਗ ਨਾਲ ਕਹੀ ਜਾਵੇ, ਜਿਹਦੇ ਅੰਦਰ ਉਸ ਪਿਆਰੇ ਲਈ ਪ੍ਰੇਮ ਆ, ਉਹ ਹਰ ਇੱਕ ਚੀਜ਼ ਨਾਮ ਆ। ਫਿਰ ਵਾਹਿਗੁਰੂ ਜਪਣਾ ਵੀ ਨਾਮ ਆ, ਫਿਰ ਤੂੰ ਕਹਿਣਾ ਵੀ ਨਾਮ ਆ, ਹੈ ਨਾ। ਫਿਰ ਕੁਛ ਵੀ ਕਹੀ ਜਾਓ, ਧੰਨ ਕਹੀ ਜਾਓ, ਪਿਆਰਾ ਕਹੀ ਜਾਓ, ਕੁਛ ਵੀ ਕਹਿ ਲਓ, ਹਰ ਇੱਕ ਚੀਜ਼ ਨਾਮ ਆ। ਹੁਣ ਵਾਹਿਗੁਰੂ ਗੁਰਮੰਤਰ ਕਿਉਂ ਸਟਾਰਟ ਹੋਇਆ? ਹੁਣ ਕੁਛ ਤਾਂ ਕਹਿਣਾ ਹੀ ਸੀ ਨਾ ਉਹਨੂੰ। ਕਿਸੇ ਨੂੰ ਜੇ ਗੁਰੂਆਂ ਨੂੰ ਵਾਹਿਗੁਰੂ ਵਧੀਆ ਲੱਗਿਆ, ਉਹਨਾਂ ਨੇ ਵਾਹਿਗੁਰੂ ਚੁਣ ਲਿਆ। ਹੁਣ ਰਾਮ ਵੇਖਰ ਵੀ ਕਈ ਵਾਰ ਆਇਆ ਗੁਰਬਾਣੀ 'ਚ, ਅੱਲਾ ਵੀ ਆਇਆ,
ਜੇ ਤੁਹਾਨੂੰ ਵਾਹਿਗੁਰੂ ਕਹਿਣਾ ਨਹੀਂ ਪਸੰਦ ਆ ਤੇ ਅੱਲਾ ਕਹਿ ਲਓ, ਰਾਮ ਕਹਿ ਲਓ, ਪਰ ਗੱਲ ਉੱਥੇ ਹੀ ਟਿਕਣੀ ਆ ਕਿ ਅੰਦਰ ਨਾਮ ਵਸਿਆ ਕਿ ਨਹੀਂ। ਜੇ ਅੰਦਰ ਨਾਮ ਵਸੂਗਾ ਫਿਰ ਕੁਛ ਦੇਖੂਗਾ ਤੇ ਨਾਮ ਹੀ ਦਿਖਣਾ, ਜੇ ਕੁਛ ਬੋਲੂਗਾ ਤੇ ਨਾਮ ਹੀ ਨਿਕਲਣਾ, ਕੁਛ ਸੁਣੂਗਾ ਤੇ ਉਹਨੂੰ ਨਾਮ ਹੀ ਸੁਣਨਾ। ਫਿਰ ਕੁਛ ਹੋਰ ਅੰਦਰ ਜਾਣਾ ਹੀ ਨਹੀਂ, ਨਾ ਕਿਸੇ ਦੀ ਚੁਗਲੀ ਅੰਦਰ ਜਾਣੀ ਆ, ਨਾ ਕਿਸੇ ਬਾਰੇ ਕੁਛ ਗਲਤ ਕਿਹਾ ਜਾਣਾ ਹੈ, ਨਾ ਕੁਛ ਗਲਤ ਦੇਖਿਆ ਜਾਣਾ। ਇੱਕ ਤਾਂ ਹੁੰਦਾ ਨਾ ਕਿ ਅਸੀਂ ਆਪਣੇ ਆਪ ਨੂੰ ਰੋਕਦੇ ਹਾਂ ਕੁਛ ਗਲਤ ਸੁਣਨ, ਦੇਖਣ, ਬੋਲਣ ਤੋਂ, ਪਰ ਉਹ ਰੋਕ ਨਹੀਂ ਰਿਹਾ, ਆਪਣੇ ਆਪ ਗੁਰੂ ਵਰਤ ਰਿਹਾ ਅੰਦਰ, ਉਹ ਨਾਮ ਹੈ। ਫਿਰ ਇੱਕ ਹੋਰ ਸ਼ੰਕਾ ਕਈਆਂ ਨੂੰ ਹੁੰਦਾ ਕਿ ਅੰਮ੍ਰਿਤ ਵੇਲਾ, ਅੱਜ ਕੱਲ੍ਹ ਅਸੀਂ ਨਾ ਬਹੁਤ ਸਿਆਣੇ ਹੋ ਗਏ ਹਾਂ ਤੇ ਕਹਿੰਦੇ ਆ ਸਿਆਣਪ ਹੀ ਕਈ ਵਾਰੀ ਡੋਬ ਲੈਂਦੀ ਹੁੰਦੀ ਬੰਦੇ ਨੂੰ। ਤੇ ਚਲੋ ਜ਼ਿਆਦਾ ਅਸੀਂ ਇਸ ਚੱਕਰ 'ਚ ਨਹੀਂ ਪੈਣਾ। ਜਿਹਦੇ ਜੋ ਕਰਮ ਨੇ ਉਹਨੇ ਉੱਦਾਂ ਦਾ ਹੀ ਬੋਲਣਾ ਆ ਤੇ ਉੱਦਾਂ ਦਾ ਹੀ ਉਹਨੇ ਸੁਣਨਾ ਆ। ਅੰਮ੍ਰਿਤ ਵੇਲਾ ਕੀ ਆ, ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅੰਦਰ ਨਾਮ ਚੱਲ ਰਿਹਾ ਹੈ, ਜਦੋਂ ਗੁਰੂ ਅੰਮ੍ਰਿਤ ਰੂਪ ਹੋ ਕੇ ਅੰਦਰ ਵਰਤ ਰਿਹਾ ਹੈ, ਉਹੀ ਅੰਮ੍ਰਿਤ ਵੇਲਾ ਹੈ। ਫਿਰ ਭਾਵੇਂ ਦੁਪਹਿਰ ਹੈ, ਭਾਵੇਂ ਸ਼ਾਮ ਹੈ, ਪਰ ਜੇ ਗੁਰਬਾਣੀ ਕਹਿ ਰਹੀ ਹੈ ਨਾ, ਚੌਥੇ ਪਹਿਰ ਸਭਾ ਕੈ ਸੁਰਤਿਆਂ ਉਪਜੇ ਚਾਓ, ਤੇ ਚੌਥਾ ਪੈਰ ਕਿਹਨੂੰ ਕਵਾਂਗੇ ਫਿਰ ਅਸੀਂ? ਚੌਥਾ ਪੈਰ ਉਹੀ ਆ ਸਵੇਰ ਦਾ ਵਕਤ, ਜਦੋਂ ਅਜੇ ਸੂਰਜ ਆਇਆ ਨਹੀਂ ਹੁੰਦਾ। ਚੌਥੇ ਪਹਿਰ ਸਭਾ ਕੈ ਸੁਰਤਿਆਂ ਉਪਜੇ ਚਾਓ, ਕਿ ਭਾਵੇਂ ਭਗਤ ਦਾ ਅੰਮ੍ਰਿਤ ਵੇਲਾ ਸਦਾ ਹੀ ਆ, ਕੋਈ ਨਿਸ਼ਚਿਤ ਸਮਾਂ ਨਹੀਂ ਆ, ਪਰ ਪਿਆਰਿਓ ਉਹ ਜਿਹੜਾ ਸਮਾਂ ਹੈ ਨਾ, ਜਦੋਂ ਸਾਰੀ ਕਾਇਨਾਤ ਸੁੱਤੀ ਆ ਤੇ ਭਗਤ ਉੱਠ ਕੇ ਜਪ ਰਿਹਾ, ਉਹਨੂੰ ਧਿਆ ਰਿਹਾ, ਉਹਦੀਆਂ ਵਾਈਬ੍ਰੇਸ਼ਨਸ ਹੀ ਅਲੱਗ ਨੇ। ਜੋ ਜਿਹਨੇ ਕੀਤਾ ਹੈ ਨਾ ਉਹਨੂੰ ਪਤਾ ਆ, ਤੇ ਜਿਹੜੇ ਇਸ ਬਾਰੇ ਤਰਕ ਕਰ ਰਹੇ ਨੇ ਉਹ ਇਸ ਗੱਲ ਦਾ ਸਬੂਤ ਦੇ ਰਹੇ ਨੇ ਕਿ ਗੁਰੂ ਸਾਹਿਬ ਨੇ ਅਜੇ ਨਿਵਾਜਿਆ ਨਹੀਂ। ਜਿਹਨੇ ਅੰਮ੍ਰਿਤ ਵੇਲਾ ਮਾਣ ਲਿਆ ਨਾ, ਉਹ ਚੌਥਾ ਪੈਰ ਮਾਣਿਆ ਹੈ, ਜਿਹਨੇ 1 ਮਹੀਨਾ 2 ਮਹੀਨੇ ਜਿਹਨੇ ਮਾਣਿਆ ਆ, ਉਹ ਕਦੀ ਵੀ, ਉਹ ਆਪਣੇ ਆਪ 'ਚ ਤਾਂ ਨੁਕਸ ਕੱਢ ਸਕਦਾ ਕਿ ਮੇਰੇ ਤੋਂ ਨਹੀਂ ਉੱਠਿਆ ਜਾਂਦਾ, ਪਰ ਉਹ ਕਦੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਇਹ ਕੁਛ ਵੀ ਨਹੀਂ ਹੈ। ਭਾਵੇਂ ਅੰਮ੍ਰਿਤ ਵੇਲਾ ਹਰ ਵੇਲਾ ਹੀ ਅੰਮ੍ਰਿਤ ਵੇਲਾ ਹੈ, ਪਰ ਮੈਂ ਇਹ ਗੱਲ ਕਹੂੰਗਾ, ਉੱਠ ਕੇ ਦੇਖਿਓ, ਤੇ ਜੇ ਅੰਦਰ ਤਰਕ ਹੈ ਨਾ, ਤੁਸੀਂ ਉੱਠ ਵੀ ਨਹੀਂ ਪਾਉਣਾ। ਇਹ 100% ਆ, ਤੁਸੀਂ 3 ਦਿਨ ਵੀ ਨਹੀਂ ਉੱਠ ਪਾਉਣਾ। ਜੇ ਇੱਕ ਚਾਹੋ ਆ, ਇੱਕ ਬੇਨਤੀ ਆ, ਤੇ ਇਸ ਵੇਲੇ ਦੀ ਕੀਮਤ ਦਾ ਪਤਾ ਆ, ਬੇਨਤੀਆਂ ਕਰ ਕਰਕੇ ਲਿਆ ਹੋਊਗਾ ਤਾਂ ਇਹਦੀ ਕਦਰ ਪਊਗੀ, ਨਹੀਂ ਤਾਂ ਪੈਣੀ ਨਹੀਂ। ਉਹਨੇ ਕਹਿ ਦੇਣਾ ਇਹ ਕੋਈ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਤਾਂ ਉਹ ਆ ਜਦੋਂ ਗੁਰੂ ਵਰਤਦਾ। ਪਿਆਰੇ ਉਹ ਵੀ ਅੰਮ੍ਰਿਤ ਵੇਲਾ ਆ, ਤੇ ਇਹ ਵੇਲਾ ਉਹਨਾਂ ਰੂਹਾਂ ਨੂੰ ਪਤਾ, ਉਹਨਾਂ ਰੂਹਾਂ ਲਈ ਖਾਸ ਆ ਇਹ ਚੀਜ਼। ਜੇ ਅਸਲ 'ਚ ਇਹਦੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ, ਹਾਂ ਫੀਲ ਕੀਤਾ ਜਾ ਸਕਦਾ। ਮੈਂ ਉਹਨਾਂ ਨੂੰ ਇਹੀ ਕਹੂੰਗਾ, ਉੱਠ ਜਾਇਓ, 1 ਮਹੀਨਾ ਉੱਠ ਕੇ ਕਰਕੇ ਦੇਖ ਲਓ, ਤੇ ਉੱਠਿਆ ਜਾਣਾ ਹੀ ਨਹੀਂ ਹੈ ਤੇ ਕਰਕੇ ਵੇਖਿਆ ਜਾਣਾ ਹੀ ਨਹੀਂ ਹੈ, ਕਿਉਂਕਿ ਇਹ ਕੋਈ ਟੈਸਟਿੰਗ ਨਹੀਂ ਆ, ਇਹ ਕੋਈ ਲੈਬੋਰੇਟਰੀ ਨਹੀਂ ਆ ਜਿੱਥੇ ਤੁਸੀਂ ਇਹਨੂੰ ਟੈਸਟ ਕਰ ਲਓਗੇ। ਇਹ ਤਾਂ ਉਹਦਾ ਪਿਆਰ ਆ, ਇਹ ਤਾਂ ਉਹਦੇ ਲਈ ਬੇਨਤੀਆਂ ਆ। ਜਿਹੜਾ ਕਰ ਗਿਆ ਬੇਨਤੀਆਂ ਉਹਨੂੰ ਉਹ ਸਭ ਕੁਛ ਬਖਸ਼ ਦਿੰਦਾ। ਤੇ ਪਿਆਰਿਓ ਚਲੋ ਮੰਨ ਲੈਂਦੇ ਆ ਕਿ ਉਹ ਅੰਮ੍ਰਿਤ ਵੇਲਾ ਨਹੀਂ ਆ ਸਵੇਰ ਵਾਲਾ, ਤੇ ਪਿਆਰਿਓ ਜਿਹਦੇ ਕੋਲ ਸੱਚਮੁੱਚ ਅੰਮ੍ਰਿਤ ਵੇਲਾ ਹੈ ਨਾ, ਫਿਰ ਜਿਹੜਾ ਜਿਸ ਲਈ ਹਰ ਵੇਲਾ ਅੰਮ੍ਰਿਤ ਵੇਲਾ ਹੈ, ਉਹ ਇਹਨਾਂ ਵਿਚਾਰਾਂ 'ਚ ਵੀ ਨਹੀਂ ਪੈਂਦਾ। ਉਹ ਕਦੀ ਕਹਿ ਹੀ ਨਹੀਂ ਪਾਉਂਦਾ ਕਿ ਹਾਂ ਉਹ ਅੰਮ੍ਰਿਤ ਵੇਲਾ ਹੈ ਨਹੀਂ ਹੈ, ਉਹਨੂੰ ਮਤਲਬ ਹੀ ਨਹੀਂ ਕੋਈ। ਉਹ ਆਪਣੇ ਰੰਗਾਂ ਦੇ ਵਿੱਚ ਉਹ ਰੰਗਿਆ ਹੈ, ਉਹਨੂੰ ਕੋਈ ਮਤਲਬ ਹੀ ਨਹੀਂ ਹੈਗਾ। ਨਾ ਉਹ ਇਹ ਸਾਬਿਤ ਕਰਨ ਦੀ ਹੋੜ 'ਚ ਕਿ ਨਹੀਂ ਇੱਦਾਂ ਨਹੀਂ ਹੁੰਦਾ, ਇੱਦਾਂ ਹੁੰਦਾ, ਇੱਦਾਂ ਨਹੀਂ ਹੁੰਦਾ, ਉਹਨੂੰ ਕੋਈ ਮਤਲਬ ਹੀ ਨਹੀਂ।
ਤੇ ਜਿਹੜਾ ਵੀ ਤੁਹਾਨੂੰ ਕੋਈ ਇੱਦਾਂ ਦੀ ਗੱਲ ਕਰਦਾ ਹੈ ਉਹਨੂੰ ਖੁਸ਼ ਰਹਿਣ ਦਿਓ, ਉਹਨੂੰ ਕਰਨ ਦਿਓ। ਪਰ ਇਹ ਜੋ ਲਫ਼ਜ਼ ਮੈਂ ਕਹੇ ਆ ਇਹ ਸਿਰਫ ਤੁਹਾਡੀ ਆਪਣੀ ਥਿੰਕਿੰਗ ਲਈ ਆ ਕਿ ਤੁਸੀਂ ਕਿੱਦਾਂ ਇਹ ਇੰਨੀ ਨੈਗੇਟਿਵਿਟੀ 'ਚੋਂ ਪੋਜ਼ੀਟਿਵਿਟੀ ਨੂੰ ਚੁਗਣਾ ਹੈ। ਤੋੜਨ ਵਾਲੇ ਬਥੇਰੇ ਨੇ, ਬਹੁਤ ਨੇ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਇਹਨੂੰ ਕਿੱਦਾਂ ਲੈ ਰਹੇ ਹੋ, ਕਿ ਤੁਸੀਂ ਇਹਨੂੰ ਪੋਜ਼ੀਟਿਵਲੀ ਲੈ ਰਹੇ ਹੋ ਸਕਦਾ ਤੁਸੀਂ ਸ਼ੁਰੂਆਤ ਕਰੋ ਅਤੇ ਤੁਹਾਡੇ ਘਰ ਦੇ ਹੀ ਜਾਂ ਜਿਹੜੇ ਵੀ ਤੁਹਾਨੂੰ ਦੇਖਦੇ ਆ ਉਹੀ ਤੁਹਾਡੀਆਂ ਲੱਤਾਂ ਖਿੱਚਣ ਲੱਗ ਜਾਣ, ਹੈ ਨਾ। ਇਹ ਕੁਛ ਨਹੀਂ ਆ, ਕਿਉਂ ਉੱਠ ਰਹੇ ਹੋ ਬਾਰ-ਬਾਰ ਸਵੇਰੇ, ਹੈ ਨਾ, ਇੱਦਾਂ ਦਾ ਕੁਛ ਵੀ ਆ। ਤੋੜਨ ਵਾਲੇ ਬਹੁਤ ਨੇ, ਪਰ ਪੋਜ਼ੀਟਿਵ ਰਹੋਗੇ ਤਾਂ ਜੁੜੇ ਰਹੋਗੇ। ਫਿਰ ਹਰ ਚੀਜ਼ 'ਚ ਨਾਮ ਲੱਗੂਗਾ। ਸਵੇਰੇ ਉੱਠਣਾ ਵੀ ਨਾਮ ਲੱਗੂਗਾ, ਇਸ਼ਨਾਨ ਕਰਨਾ ਵੀ ਨਾਮ ਲੱਗੂਗਾ, ਕਾਰਜ ਕਰਨਾ ਵੀ ਨਾਮ ਲੱਗੂਗਾ, ਭਾਂਡੇ ਧੋਣਾ, ਪੋਚਾ ਮਾਰਨਾ, ਆਪਣੇ ਕਾਲਜ ਦਾ ਸਟੱਡੀ ਕਰਨਾ, ਹਰ ਇੱਕ ਚੀਜ਼ 'ਚ ਜੋਬ ਕਰਨਾ, ਹਰ ਇੱਕ ਚੀਜ਼ 'ਚ ਤੁਹਾਨੂੰ ਨਾਮ ਨੇ ਆਪਣਾ ਚੋਗਾ ਦੇ ਦੇਣਾ। ਫਿਰ ਸਾਹਮਣੇ ਕੋਈ ਲੜਾਈ ਚੱਲ ਰਹੀ ਆ, ਕਲੇ ਵਰਤ ਰਹੀ ਹੈ, ਕੁਛ ਵੀ ਹੋ ਰਿਹਾ, ਭਗਤ ਨੇ ਹਰ ਇੱਕ ਚੀਜ਼ 'ਚੋਂ ਨਾਮ ਨੂੰ ਖਿੱਚ ਲੈਣਾ, ਕਿਉਂਕਿ ਅੰਦਰ ਨਾਮ ਚੱਲੂਗਾ ਤੇ ਉਹ ਨਾਮ ਬਾਹਰ ਵਾਲੇ ਨਾਮ ਨੂੰ ਖਿੱਚੂਗਾ ਹੀ ਖਿੱਚੂਗਾ। ਜੋ ਵਰਤਾਰਾ ਬਾਹਰ ਵਰਤ ਰਿਹਾ, ਅੰਦਰ ਵੀ ਉਹੀ ਆ, ਬਾਹਰ ਵੀ ਉਹੀ ਆ। ਸਤਿਗੁਰੂ ਬਾਹਰ ਵੀ ਵਰਤ ਰਿਹਾ, ਭਾਵੇਂ ਉਹ ਮਾਇਆ ਰੂਪ ਹੋ ਕੇ ਵਰਤ ਰਿਹਾ, ਤੇ ਸਤਿਗੁਰੂ ਅੰਦਰ ਵੀ ਵਰਤ ਰਿਹਾ। ਜਦੋਂ ਕੋਈ ਬਾਰ-ਬਾਰ ਦਿਨ ਰਾਤ ਉਹਨੂੰ ਧਿਆਉਣ ਲੱਗਦਾ ਆ, ਚਲੋ ਤੁਹਾਨੂੰ ਰਿਪੀਟੀਸ਼ਨ ਲੱਗਦਾ ਆ, ਠੀਕ ਆ, ਰਿਪੀਟੀਸ਼ਨ ਸਹੀ, ਕਰਕੇ ਦੇਖ ਲਓ, ਕੀਤਾ ਹੀ ਨਹੀਂ ਜਾਣਾ, ਰਿਪੀਟੀਸ਼ਨ ਵੀ ਨਹੀਂ ਹੋਣੀ। ਇਹ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਜੇ ਸਾਰੀਆਂ ਗੱਲਾਂ ਦਾ ਨਿਚੋੜ ਜੇ ਦੇਖੀਏ ਨਾ, ਜੇ ਸ਼ੁਰੂਆਤ ਕਰਨੀ ਆ ਤੇ ਰਿਪੀਟੀਸ਼ਨ ਵੀ ਮਾੜੀ ਨਹੀਂ ਆ। ਰਿਪੀਟੀਸ਼ਨ ਨਾਲ ਕੀ ਹੋਊਗਾ, ਹੁਣ ਮੰਨ ਲਓ ਤੁਸੀਂ ਕੋਈ ਬਿਜ਼ੀ ਰਹਿੰਦੇ ਹੋ, ਹੈ ਨਾ, ਕਦੀ ਕੰਮ ਕਾਰ 'ਚ ਬਿਜ਼ੀ ਹੋ, ਘਰ ਦੇ ਕੰਮ ਕਾਰ 'ਚ ਬਿਜ਼ੀ ਹੋ, ਅਤੇ ਤੁਹਾਡਾ ਟਾਈਮ ਨਹੀਂ ਮਿਲ ਰਿਹਾ ਪਾਠ ਕਰਨ ਦਾ। ਕਰ ਵੀ ਲਿਆ ਅਤੇ ਕਾਹਲੀ ਕਾਹਲੀ 'ਚ ਕਰ ਲਿਆ, ਹੈ ਨਾ, ਅੰਦਰ ਉਹ ਸ਼ਾਂਤੀ ਨਹੀਂ ਆ, ਆਨੰਦ ਨਹੀਂ ਆ। ਅਤੇ ਤੁਸੀਂ ਇੱਕ ਚੀਜ਼ ਕਰਕੇ ਦੇਖਿਓ, ਤੁਸੀਂ ਕੁਛ ਵੀ ਨਾ ਕਰੋ, ਨਹੀਂ ਹੋ ਪਾਉਂਦਾ। ਅਤੇ ਕਿਉਂਕਿ ਇੱਕ ਨਾ ਬਾਣੀ ਪੜ੍ਹਨ ਦਾ ਵੀ ਭਾਰ ਮਹਿਸੂਸ ਹੁੰਦਾ ਕਈਆਂ ਨੇ ਜਿਹਨੇ ਤਾਂ ਕਰ ਲਿਆ ਉਹਨੂੰ ਇਹ ਹੁੰਦਾ ਕਿ ਮੈਂ ਕਰ ਲਿਆ, ਜਿਹਨੇ ਨਹੀਂ ਕੀਤਾ ਉਹ ਫਿਰ ਸਾਰਾ ਦਿਨ ਇਸੇ 'ਚ ਹੀ ਨੈਗੇਟਿਵਿਟੀ 'ਚ ਰਹਿੰਦਾ ਕਿ ਹਾਏ ਹੋਇਆ ਨਹੀਂ। ਇਸ ਚੀਜ਼ 'ਚੋਂ ਬਾਹਰ ਨਿਕਲੋ। ਇਹ ਦੋਵੇਂ ਇੱਕ ਹੀ ਚੀਜ਼ਾਂ ਨੇ। ਭਗਤ ਨੇ ਤਾਂ ਸਾਰਾ ਜਿੰਨੇ ਸਵਾਸ ਮਿਲੇ ਆ, ਹਰ ਸਵਾਸ ਨਾਲ ਹੀ ਉਹਨੂੰ ਧਿਆਉਣਾ। ਇਹ ਜ਼ਰੂਰੀ ਨਹੀਂ ਕਿ ਤੁਸੀਂ ਜ਼ੁਬਾਨ ਤੋਂ ਹੀ ਬੋਲਣਾ, ਪਰ ਮੈਂ ਉਹ ਗੱਲ ਕਰਨ ਲੱਗਿਆ ਕਿ ਕਿਵੇਂ ਸ਼ੁਰੂਆਤ ਕਰ ਸਕਦੇ ਹੋ, ਪੋਜ਼ੀਟਿਵ ਰਹਿ ਕੇ ਸ਼ੁਰੂਆਤ ਕਿੱਦਾਂ ਕਰ ਸਕਦੇ ਹੋ। ਮੰਨ ਲਓ ਘਰ ਦਾ ਕੰਮ ਕਰ ਰਹੇ ਹੋ, ਕਦੀ ਵੀ ਇਹ ਨਾ ਸੋਚੋ ਕਿ ਕੰਮ ਤੋਂ ਬਾਅਦ ਕੰਮ ਨਿਪਟਾ ਕੇ ਤੇ ਫਿਰ ਬਹਿ ਕੇ ਭਗਤੀ ਕਰਾਂਗੇ, ਇੱਦਾਂ ਨਾ ਸੋਚਿਓ। ਭਾਂਡੇ ਧੋ ਰਹੇ ਹੋ ਨਾ, ਜਪੀ ਚਲੋ ਵਾਹਿਗੁਰੂ। ਜੋ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲਿਆ ਆ, ਜਿਹਦੇ ਨਾਲ ਤੁਹਾਡੀ ਰੂਹ ਖੁਸ਼ ਹੋਈ ਆ ਅਤੇ ਤੁਹਾਡਾ ਧੰਨਵਾਦ ਨਿਕਲਿਆ, ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਹਰ ਇੱਕ ਚੀਜ਼ ਲਈ ਉਹਦੇ ਸ਼ੁਕਰਾਨਾ ਲੈ ਆਓ। ਜੇ ਵਾਹਿਗੁਰੂ ਬੋਲਦੇ ਹੋ ਨਾ ਅਤੇ ਸ਼ੁਕਰਾਨੇ 'ਚ ਬੋਲਿਓ, ਅੰਦਰੋਂ ਰੂਹ ਕਵੇ ਕਿ ਗੁਰੂ ਸਾਹਿਬ ਧੰਨਵਾਦ, ਜ਼ੁਬਾਨ ਕਹੇ ਵਾਹਿਗੁਰੂ ਅਤੇ ਸੋਚ ਕਵੇ ਧੰਨਵਾਦ। ਫਿਰ ਇਹ ਰਿਪੀਟੇਸ਼ਨ ਨਹੀਂ ਰਹਿਣੀ। ਕਦੀ ਵੀ ਕਰਕੇ ਦੇਖ ਲਿਓ। ਅਤੇ ਇਸ ਰਿਪੀਟੇਸ਼ਨ ਦਾ ਫਾਇਦਾ ਇੱਕ ਹੋਰ ਆ, ਤੁਹਾਡੀ ਸੁਰਤ ਕਦੇ ਵੀ ਗਲਤ ਪਾਸੇ ਨਹੀਂ ਜਾਊਗੀ। ਜੇ ਜਾਊਗੀ ਵੀ ਨਾ, ਅਤੇ ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲ ਰਹੇ ਹੋ ਅਤੇ ਕੰਨ ਤੁਹਾਡੇ ਸੁਣ ਰਹੇ ਆ, ਤੁਹਾਡਾ ਦਿਮਾਗ ਤੁਹਾਨੂੰ ਵਾਪਸ ਲੈ ਕੇ ਆਊਗਾ ਕਿ ਪਿਆਰਿਆ ਤੂੰ ਤੇ ਉਹਦੀ ਉਸਤਤ ਕਰ ਰਿਹਾ ਹੈ, ਉਹਨੂੰ ਵਾਹ ਕਹਿ ਰਿਹਾ ਹੈ, ਤੂੰ ਕੁਛ ਹੋਰ ਨਹੀਂ ਸੋਚਣਾ ਇਸ ਟਾਈਮ ਜੋ ਜ਼ੁਬਾਨ ਬੋਲ ਰਹੀ ਹੈ ਤੂੰ ਉਹੀ ਸੋਚ। ਤੁਹਾਡੀ ਜ਼ੁਬਾਨ, ਵੈਸੇ ਕਹਿੰਦੇ ਆ ਗੁਰਮਤਿ 'ਚ ਕਿ ਜਿਹੜੀ ਜ਼ੁਬਾਨ ਹੁੰਦੀ ਹੈ ਉਹ ਵੀ ਬੇਜ਼ੁਬਾਨ ਹੁੰਦੀ ਹੈ,
ਤੇ ਇਹ ਬੇਜ਼ੁਬਾਨ ਜਿਹੀ ਜ਼ੁਬਾਨ ਆ ਨਾ ਜਿਹੜੀ, ਇਹ ਤੁਹਾਨੂੰ ਵਾਪਸ ਲੈ ਕੇ ਆਊਗੀ ਕਿ ਪਿਆਰਿਆ ਨਹੀਂ, ਪ੍ਰੈਜ਼ੈਂਟ 'ਚ ਰਹਿ। ਜੋ ਬੋਲ ਰਿਹਾ ਆ ਆਪਣਾ ਧਿਆਨ ਵੀ ਉਸ ਚੀਜ਼ 'ਚ ਰੱਖ। ਇਹ ਫਾਇਦਾ ਹੈ ਰਿਪੀਟੇਸ਼ਨ ਦਾ। ਭਾਵੇਂ ਵਾਹਿਗੁਰੂ ਵਾਹਿਗੁਰੂ ਨਾਮ ਨਹੀਂ ਆ, ਪਰ ਇਹਨੇ ਨਾਮ ਬਣ ਜਾਣਾ ਆ ਜੇ ਜਪੋਗੇ ਤਾਂ। ਜੇ ਤਰਕ ਕਰਾਂਗੇ ਕੁਛ ਨਹੀਂ ਹਾਸਲ ਹੋਣਾ। ਫਿੱਕੇ ਆਏ ਸੀ ਫਿੱਕੇ ਜਾਓਗੇ। ਹਰ ਚੀਜ਼ 'ਚੋਂ ਗਲਤੀਆਂ ਲੱਭੋਗੇ ਨਾ ਤੇ ਕੁਛ ਵੀ ਝੋਲੀ 'ਚ ਨਹੀਂ ਪੈਣਾ। ਇਸ ਕਰਕੇ ਹਰ ਚੀਜ਼ 'ਚ ਨਾਮ ਨੂੰ ਦੇਖੋ। ਜੇ ਭਾਂਡੇ ਧੋ ਰਹੇ ਹੋ ਤੇ ਸੋਚੋ ਗੁਰੂ ਸਾਹਿਬ ਤੁਸੀਂ ਵੀ ਇੱਦਾਂ ਹੀ ਮੇਰੀ ਮੈਲ ਲਾਓਗੇ ਨਾ ਜਿੱਦਾਂ ਇਹਦੀ ਭਾਂਡਿਆਂ ਦੀ ਮੈਲ ਉਤਰ ਰਹੀ ਹੈ। ਗੱਲ ਪੋਜ਼ੀਟਿਵਿਟੀ ਤੇ ਖੜੀ ਆ। ਫਿਰ ਤੁਸੀਂ ਕੰਮ ਕਰਦਿਆਂ ਵੀ ਗੁਰਸੰਗ ਧਿਆਨ 'ਚ ਹੋ। ਨਹੀਂ ਤਾਂ ਫਿਰ ਇੱਦਾਂ ਹੀ ਸੋਚੀ ਜਾਓਗੇ ਕਿ ਹਾਏ ਅੱਜ ਪਾਠ ਨਹੀਂ ਹੋਇਆ, ਜਾਂ ਫਿਰ ਇਹ ਸੋਚੋਗੇ ਕਿ ਮੈਂ ਰੋਜ਼ ਪਾਠ ਕਰਦਾ ਹਾਂ, ਹੈ ਨਾ। ਇਹ ਦੋਵੇਂ ਚੀਜ਼ਾਂ ਬਰਾਬਰ ਨੇ। ਇਹਨਾਂ 'ਚੋਂ ਬਾਹਰ ਨਿਕਲੋ, ਸਦਾ ਹੀ ਧਿਆਨ ਦੇ ਰਹੋ। ਕੁਛ ਵੀ ਨਹੀਂ ਹੁੰਦਾ ਨਾ, ਜੇ ਕੁਛ ਵੀ ਨਹੀਂ ਹੁੰਦਾ ਤਾਂ ਵੀ ਵਾਹਿਗੁਰੂ ਵਾਹਿਗੁਰੂ ਜਪੀ ਜਾਓ। ਤੁਹਾਡਾ ਜਪਿਆ ਕਦੇ ਵੀ ਵਿਅਰਥ ਨਹੀਂ ਜਾਊਗਾ। ਸੋ ਮੈਂ ਫਿਰ ਰਿਪੀਟ ਕਰ ਦਿਆਂ, ਜਿੱਥੋਂ ਸਾਡੀ ਸ਼ੁਰੂਆਤ ਹੋਈ ਸੀ। ਇੱਕ ਤਾਂ ਸੰਗਤ ਦੀ ਗੱਲ ਕੀਤੀ ਸੀ ਕਿ ਸੰਗਤ ਕੀ ਆ। ਆਪਣਾ ਜੋ ਦੇਖਦੇ ਹੋ ਉਹ ਸੁਧਾਰ ਲਓ, ਸੰਗਤ ਬਣ ਜੂਗੀ। ਜੋ ਸੁਣ ਰਹੇ ਹੋ ਉਹ ਸੁਧਾਰ ਲਓ, ਸੰਗਤ ਬਣ ਜੂਗੀ। ਦੇਖ ਰਹੇ ਹੋ, ਸੁਣ ਰਹੇ ਹੋ, ਬੋਲ ਰਹੇ ਹੋ, ਇਹਨੂੰ ਸੁਧਾਰ ਲਓ ਤੇ ਤੁਸੀਂ ਸੰਗਤ ਦੇ ਵਿੱਚ ਪੈਰ ਰੱਖਿਆ ਜਾਊਗਾ ਤੁਹਾਡਾ। ਨਹੀਂ ਤਾਂ ਫਿਰ ਭਾਵੇਂ ਤੁਸੀਂ ਗੁਰਦੁਆਰੇ ਰੋਜ਼ ਵੀ ਜਾਂਦੇ ਹੋ ਨਾ, ਸੰਗਤ ਕਰਦੇ ਹੋ, ਉੱਥੇ ਵਾਪਸ ਆ ਕੇ ਫਿਰ ਉਹੀ ਚੀਜ਼ਾਂ, ਹੈ ਨਾ, ਉਹੀ ਚੁਗਲੀਆਂ, ਉਹੀ ਕਲਪ, ਉਹੀ ਵਿਆਕੁਲਤਾ, ਉਹਨੂੰ ਸੰਗਤ ਨਹੀਂ ਕਹਿੰਦੇ ਪਿਆਰਿਓ। ਗੁਰਸਿੱਖ ਨੇ ਹਮੇਸ਼ਾ ਸੰਗਤ ਦੇ ਵਿੱਚ ਰਹਿਣਾ ਹੈ, ਹਮੇਸ਼ਾ ਹੀ। ਤੇ ਜੇ ਹਮੇਸ਼ਾ ਹੀ ਸੰਗਤ 'ਚ ਰਹਿਣਾ ਆ, ਫਿਰ ਹਮੇਸ਼ਾ ਕੋਸ਼ਿਸ਼ ਉਹੋ ਜਿਹੀ ਹੋਣੀ ਚਾਹੀਦੀ ਹੈ ਕਿ ਸੰਗਤ 'ਚ ਰਹਿ ਸਕੀਏ। ਕੁਛ ਵੀ ਨਹੀਂ ਹੋ ਪਾ ਰਿਹਾ ਤੇ ਵਾਹਿਗੁਰੂ ਵਾਹਿਗੁਰੂ ਜਪੀ ਚਲੋ। ਜੇ ਕੁਛ ਦੇਖਣ ਨੂੰ ਨਹੀਂ ਆ, ਕੁਛ ਸੁਣਨ ਨੂੰ ਨਹੀਂ ਆ ਵਧੀਆ, ਕੁਛ ਬੋਲਣ ਨੂੰ ਵਧੀਆ ਨਹੀਂ ਆ, ਤੇ ਵਾਹਿਗੁਰੂ ਗੁਰਮੰਤਰ ਜਪਣਾ ਹੀ ਭਲਾਈ ਆ। ਸ਼ੁਕਰਾਨੇ 'ਚ ਜਪਣਾ ਹੈ, ਸ਼ੁਕਰਾਨੇ 'ਚ। ਉਹ ਸ਼ੁਕਰਾਨਾ ਕਦੋਂ ਨਾਮ ਬਣ ਜਾਣਾ, ਕਦੋਂ ਉਹ ਵਾਲੀ ਫੀਲਿੰਗ, ਉਹ ਵਾਲਾ ਪਿਆਰ ਮਿਲ ਜਾਣਾ ਗੁਰੂ ਦਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਸੋ ਮੈਨੂੰ ਲੱਗਦਾ ਹੈ ਕਿ ਸਭ ਕੁਛ ਕਵਰ ਹੋ ਗਿਆ ਹੈ। ਜੇ ਕੁਛ ਰਹਿ ਵੀ ਜਾਊਗਾ ਤਾਂ ਫਿਰ ਕਦੇ ਸਹੀ, ਕਿਉਂਕਿ ਇਹ ਜੋ ਬੋਲਣਾ ਵੀ ਹੈ ਨਾ, ਇਹ ਮੇਰੇ ਲਈ ਇਹ ਨਹੀਂ ਹੈ ਕਿ ਇਹ ਵੀ ਨਾਮ ਹੈ, ਕਿਉਂਕਿ ਉਹਦੀ ਉਸਤਤ ਹੋਈ ਹੈ ਨਾ। ਹੁਣ ਜੇ ਮੈਂ ਇਹ ਸੋਚਾਂ ਕਿ ਮੈਂ ਇਸ ਤੋਂ ਚੰਗਾ ਇੱਕ ਪਾਠ ਕਰ ਲੈਂਦਾ, ਹੈ ਨਾ, ਜਾਂ ਵਾਹਿਗੁਰੂ ਜਪ ਲੈਂਦਾ ਤੇ ਉਹ ਵਧੀਆ ਹੋਣਾ ਸੀ, ਉਹ ਤਾਂ ਮੇਰੀ ਸੋਚ ਹੈ ਨਾ। ਜੇ ਮੈਂ ਇਹ ਸਭ ਕਰਨ ਨੂੰ ਵੀ, ਇਹ ਰਿਕਾਰਡਿੰਗ ਕਰਨ ਨੂੰ ਵੀ, ਜੇ ਮੈਂ ਨਾਮ ਹੀ ਬਣਾ ਲਵਾਂ ਕਿ ਮੇਰੇ ਵਾਹਿਗੁਰੂ ਦਾ ਆਰਡਰ ਆ, ਉਹਦਾ ਹੁਕਮ ਆ, ਉਹਨੇ ਕਿਹਾ ਆ ਬੋਲ, ਤਾਂ ਫਿਰ ਇਹ ਵੀ ਨਾਮ ਹੈ। ਫਿਰ ਮੇਰੇ ਅੰਦਰ ਕਲਪ ਨਹੀਂ ਆਊਗੀ। ਫਿਰ ਹਰ ਚੀਜ਼ ਨਾਮ ਆ। ਕਿਸੇ ਤੋਂ ਸਮਝਣਾ ਨਾਮ ਆ, ਕਿਸੇ ਨੂੰ ਕੁਛ ਸਮਝਾ ਦੇਣਾ, ਕਿਸੇ ਦਾ ਡਾਊਟ ਕਲੀਅਰ ਕਰ ਦੇਣਾ, ਉਹ ਵੀ ਨਾਮ ਹੈ। ਗੱਲ ਇੰਟੈਂਸ਼ਨ ਤੇ ਖਤਮ ਹੁੰਦੀ ਹੈ। ਜੇ ਇੰਟੈਂਸ਼ਨ ਇਹ ਹੈ ਕਿ ਮੈਂ ਵੱਡਾ ਬਣਾ, ਮੈਨੂੰ ਕੋਈ ਸੁਣੇ, ਹੈ ਨਾ, ਮੈਂ ਮਸ਼ਹੂਰ ਹੋਵਾਂ, ਉਹ ਵਿਕਾਰ ਨੇ। ਜੇ ਇਹ ਮਨ ਨੂੰ ਪਤਾ ਹੁੰਦਾ ਕਿ ਕੋਈ ਕਿਸ ਲਈ ਕੀ ਕਾਰਜ ਕਰ ਰਿਹਾ, ਜੇ ਅਸੀਂ ਵਿਕਾਰੀਆਂ, ਸਾਨੂੰ ਪਤਾ ਹੈ ਜੇ ਹਰ ਕਾਰਜ ਨਾਮ 'ਚ ਹੋ ਰਿਹਾ ਆ, ਉਹ ਵੀ ਰੂਹ ਨੂੰ ਪਤਾ ਹੈ। ਇਸੇ ਲਈ ਸਤਿਗੁਰੂ ਖੁਦ ਅੰਦਰ ਵਰਤਦਾ। ਉਹਨੂੰ ਪਤਾ ਹੁੰਦਾ ਕਿ ਗੁਰੂ ਆਪ ਆਦੇਸ਼ ਕਰ ਰਿਹਾ, ਆਪ ਹੀ ਬੋਲ ਰਿਹਾ, ਆਪ ਹੀ ਸਭ ਕੁਝ ਸੁਣ ਰਿਹਾ। ਇਹੀ ਤਾਂ ਸਭ ਕੁਛ ਹੈ ਕਿ ਇਹੀ ਤਾਂ ਉਹ ਚੀਜ਼ ਆ ਜਿੱਥੇ ਗੁਰੂ ਆਪ ਗੁਰਮਤ ਦੇ ਰਿਹਾ, ਹਰ ਇੱਕ ਚੀਜ਼ ਆਪ ਅੰਦਰੋਂ ਕਰਵਾ ਰਿਹਾ, ਖੁਦ ਨਹੀਂ ਕਰ ਰਹੇ, ਹੋ ਰਿਹਾ ਬਸ। ਸੋ ਹਰ ਚੀਜ਼ 'ਚ ਹੀ ਨਾਮ ਆ। ਪੋਜ਼ੀਟਿਵ ਰਹੋ, ਉਹਨਾਂ ਰੂਹਾਂ ਦੇ ਨਾਲ ਰਹੋ ਜਿੱਥੋਂ ਪੋਜ਼ੀਟਿਵਿਟੀ ਮਿਲੇ, ਜਿੱਥੋਂ ਨਾਮ ਮਿਲੇ,
ਜਿਹੜੇ ਭਾਵੇਂ ਤੁਹਾਡਾ ਹਾਲ ਚਾਲ ਪੁੱਛਣ ਨਾ ਪੁੱਛਣ, ਘਰ-ਬਾਰ ਪੁੱਛਣ ਨਾ ਪੁੱਛਣ, ਪਰ ਉਹਨਾਂ ਨਾਲ ਫਤਿਹ ਬੁਲਾਉਂਦਿਆਂ ਹੀ, ਚਾਰ ਗੁਰੂ ਦੇ ਬੋਲ ਬੋਲਦਿਆਂ ਹੀ ਅੰਦਰ ਇੱਕ ਗੁਰਮਤ ਦਾ ਪਸਾਰਾ ਫੀਲ ਹੋਵੇ, ਇੱਕ ਪੋਜ਼ੀਟਿਵਿਟੀ ਆਏ। ਇਹ ਨਹੀਂ ਕਿ ਅਸੀਂ ਕਿਸੇ ਨਾਲ ਜੁੜ ਜਾਣਾ ਆ। ਚਲੋ ਇੱਕ ਗੱਲ ਹੋਰ ਕਰ ਲੈਂਦੇ ਹਾਂ, ਵੈਸੇ ਤਾਂ ਬਹੁਤ ਲੰਬੀ ਹੁੰਦੀ ਜਾ ਰਹੀ ਹੈ ਰਿਕਾਰਡਿੰਗ, ਪਰ ਜ਼ਰੂਰੀ ਆ ਕਿਉਂਕਿ ਅੱਜ ਕੱਲ੍ਹ ਨਾ ਸਿਸਟਮ ਵੀ ਬਦਲ ਗਿਆ। ਜਿਉਂ ਜਿਉਂ ਅਸੀਂ ਡਿਜੀਟਲ ਹੁੰਦੇ ਜਾ ਰਹੇ ਹਾਂ ਨਾ, ਡਿਜੀਟਲ ਹੋਣਾ ਮਾੜੀ ਗੱਲ ਨਹੀਂ ਆ, ਬਹੁਤ ਵਧੀਆ ਗੱਲ ਆ। ਇਹਦੇ 'ਚ ਵੀ ਨਾਮ ਆ, ਇਹਦੇ 'ਚ ਵਿਕਾਰ ਵੀ ਨੇ। ਜਿਉਂ ਜਿਉਂ ਜ਼ਮਾਨਾ ਬਦਲਦਾ ਨਾ, ਉਹਦੇ 'ਚੋਂ ਕੁਛ ਗੁਣ ਵੀ ਪ੍ਰਗਟ ਹੁੰਦੇ ਆ ਅਤੇ ਕੁਛ ਵਿਕਾਰ ਵੀ ਪ੍ਰਗਟ ਹੁੰਦੇ ਆ। ਗੱਲ ਚੁਗਣ 'ਤੇ ਆ ਕਿ ਅਸੀਂ ਕੀ ਚੁਗਦੇ ਹਾਂ। ਅਤੇ ਇੱਕ ਹੋਰ ਗੱਲ ਹੈ ਜਿਹੜੀ ਮੈਨੂੰ ਲੱਗਦਾ ਕਿ ਰਹਿ ਗਈ ਆ, ਕਰਨੀ ਚਾਹੀਦੀ ਹੈ ਗੱਲ, ਉਹ ਵੀ ਸੰਗਤ 'ਤੇ ਹੀ ਟਿਕਦੀ ਹੈ। ਕਈ ਵਾਰੀ ਅਸੀਂ, ਜਿਵੇਂ ਗੁਰਬਾਣੀ 'ਚ ਵੀ ਲਿਖਿਆ ਨਾ ਕਿ ਗੁਰਸਿੱਖਾਂ ਦੀ ਸੰਗਤ ਕਰਨੀ ਚਾਹੀਦੀ ਆ, ਅਤੇ ਕਥਾ 'ਚ ਵੀ ਅਸੀਂ ਸੁਣਦੇ ਹਾਂ, ਪਰ ਅਸੀਂ ਧੋਖਾ ਖਾ ਜਾਂਦੇ ਹਾਂ ਕਿ ਗੁਰੂ ਵਾਲਾ ਕੌਣ ਆ ਅਤੇ ਕੌਣ ਨਹੀਂ ਆ। ਇੱਕ ਤਾਂ ਕਦੇ ਵੀ ਪਹਿਰਾਵੇ 'ਤੇ ਨਹੀਂ ਜਾਣਾ। ਗੁਰੂ ਸਾਹਿਬ ਦਾ ਬਖਸ਼ਿਆ ਪਹਿਰਾਵਾ, ਉਹਦੇ ਅੱਗੇ ਹਮੇਸ਼ਾ ਹੀ ਸਾਡਾ ਸੀਸ ਝੁਕ ਜਾਂਦਾ। ਪਰ ਉਹ ਵਧੀਆ ਗੱਲ ਆ, ਉਹ ਤੁਹਾਡੇ ਅੰਦਰ ਨਿਮਰਤਾ ਦੀ ਨਿਸ਼ਾਨੀ ਆ। ਪਰ ਇਹ ਚੀਜ਼ ਨਾ ਕਦੇ ਕਦੇ ਡੋਬ ਵੀ ਸਕਦੀ ਆ। ਇਸ ਲਈ ਹਮੇਸ਼ਾ ਵਿਵੇਕ ਬੁੱਧ 'ਚ ਰਹਿਣਾ। ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਕਰਨ ਜਾ ਰਹੇ ਹਾਂ, ਕਿਹਦੇ ਨਾਲ ਸੰਪਰਕ 'ਚ ਰਹਿਣਾ ਆ ਅਤੇ ਕਿਹਦੇ ਨਾਲ ਨਹੀਂ ਰਹਿਣਾ। ਦੇਖੋ, ਜਿਹੜੀ ਸੱਚ ਦੀ ਸੰਗਤ ਹੈ ਨਾ, ਉਹ ਕਦੇ ਵੀ ਤੁਹਾਨੂੰ ਆਪਣੇ ਨਾਲ ਜੋੜੂਗੀ ਨਹੀਂ, ਕਦੇ ਵੀ। ਨਾ ਤੁਹਾਡੇ ਤੋਂ ਉਹਨੇ ਧਨ ਮੰਗਣਾ, ਨਾ ਤੁਹਾਡੇ ਕੋਲ ਉਹਨੇ ਟਾਈਮ ਮੰਗਣਾ, ਕੁਛ ਨਹੀਂ ਮੰਗਣਾ ਉਹਨੇ। ਨਾ ਤੁਹਾਡੇ ਲਈ ਕੋਈ ਉਹਨੇ ਐਕਸਪੈਕਟੇਸ਼ਨ ਰੱਖਣੀ, ਕੋਈ ਆਸ ਨਹੀਂ ਰੱਖਣੀ ਕਿ ਹਾਂ, ਨਾ ਤੁਹਾਨੂੰ ਕੋਈ ਫਲਾਣਾ ਕੰਮ ਦੇਣਾ ਕਿ ਉਹ ਕਰਕੇ ਆ, ਇਹ ਕਰਕੇ ਆ, ਫਿਰ ਅਸੀਂ ਜਾਰੀ ਰੱਖਦੇ ਹਾਂ ਜਾਂ ਫਿਰ ਅੱਗੇ ਇਸ ਗੁਰਮਤ ਦੀ ਪੜ੍ਹਾਈ ਨੂੰ ਅੱਗੇ ਜਾਰੀ ਰੱਖਦੇ ਹਾਂ। ਜੇ ਕੋਈ ਇੱਦਾਂ ਦਾ ਪਰਸਨ ਹੈਗਾ ਆ, ਹਮੇਸ਼ਾ ਅਵੋਇਡ ਕਰੋ। ਜਿਹੜਾ ਸੱਚ ਦਾ ਪਾਂਧੀ ਆ, ਉਹਨੇ ਤੁਹਾਡੇ ਬਾਰੇ ਕੁਛ ਵੀ ਨਹੀਂ ਪੁੱਛਣਾ। ਉਹਨੇ ਨਹੀਂ ਪੁੱਛਣਾ ਤੁਸੀਂ ਕਿੱਥੋਂ, ਕਿਉਂ ਨਹੀਂ ਹੋ। ਗੱਲ ਗੁਰੂ ਤੋਂ ਸ਼ੁਰੂ ਹੋਣੀ ਅਤੇ ਗੁਰੂ ਤੋਂ ਹੀ ਸਮਾਪਤ ਹੋਣੀ ਆ ਹਮੇਸ਼ਾ। ਉਹਨੇ ਆਪਣੇ 'ਤੇ ਲੈਣੀ ਨਹੀਂ ਕਦੀ ਵੀ ਗੱਲ, ਇਹ ਹਮੇਸ਼ਾ ਯਾਦ ਰੱਖਿਓ। ਅਤੇ ਕਈ ਵਾਰੀ ਕੀ ਹੁੰਦਾ, ਇਹ ਮੈਨੂੰ ਕਹਿਣਾ ਪੈਣਾ ਕਿਉਂਕਿ ਇਹ ਬਹੁਤ ਵਾਰ ਦੇਖਿਆ ਗਿਆ। ਸ਼ੁਰੂਆਤ ਹੁੰਦੀ ਆ ਫਤਿਹ ਤੋਂ, ਗੁਰੂ ਦੀ ਗੱਲ ਤੋਂ, ਫਿਰ ਉਹ ਜੁੜਦੇ ਐਸੇ ਜੁੜ ਜਾਂਦੇ ਆ ਕਿ ਗੁਰਮਤ ਖਤਮ ਹੋ ਜਾਂਦੀ ਆ। ਉੱਥੇ ਕੂੜ ਦਾ ਜਨਮ ਹੋਣਾ ਸ਼ੁਰੂ ਹੋ ਜਾਂਦਾ, ਹੌਲੀ ਹੌਲੀ ਪਤਾ ਵੀ ਨਹੀਂ ਲੱਗਦਾ। ਫਿਰ ਅਸੀਂ ਪਛਤਾਉਂਦੇ ਹਾਂ, ਹੈ ਨਾ। ਫਿਰ ਅਸੀਂ ਯਾਦ ਕਰਦੇ ਹਾਂ ਕਿ 2 ਸਾਲ ਪਹਿਲਾਂ ਅਸੀਂ ਕਿੱਦਾਂ ਦੇ ਸੀਗੇ, ਕਿੱਦਾਂ ਗੁਰੂ ਅੰਦਰ ਵਰਤਦਾ ਸੀ, ਅਤੇ ਇੱਕ ਛੋਟੀ ਜਿਹੀ ਗਲਤੀ ਕਰਕੇ ਅਸੀਂ ਸਭ ਕੁਛ ਆਪਣਾ ਲੁਟਾ ਚੁੱਕੇ ਹਾਂ ਮਾਇਆ ਤੋਂ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਬਹੁਤ ਲੋੜ ਆ। ਤੁਸੀਂ ਸਮਝ ਗਏ ਹੋਣੇ। ਕਈ ਵਾਰੀ ਤਾਂ ਸ਼ੁਰੂਆਤ ਹੁੰਦੀ ਆ ਇੱਕ ਦੂਜੇ ਨੂੰ ਭੈਣ ਜੀ, ਵੀਰ ਜੀ ਤੋਂ, ਹੈ ਨਾ, ਅਤੇ ਉਹਦਾ ਐਂਡ ਕਿਤੇ ਹੋਰ ਹੋ ਜਾਂਦਾ। ਕਈਆਂ ਨੂੰ ਸੁਣ ਕੇ ਹੈਰਾਨੀ ਹੋਊਗੀ, ਪਰ ਕਈਆਂ ਨੂੰ ਪਤਾ ਵੀ ਆ ਕਿਉਂਕਿ ਵਾਪਰਦਾ ਹੈ ਸਭ ਕੁਛ ਸਮਾਜ ਦੇ ਵਿੱਚ। ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ। ਜੇ ਕੋਈ ਸੱਚ ਦਾ ਪਾਂਧੀ ਆ, ਜੇ ਕੋਈ ਗੁਰਮੁਖ ਪਿਆਰਾ ਆ ਸੱਚਮੁੱਚ, ਇੱਕ ਤਾਂ ਨਾ ਅਸੀਂ ਕਿਸੇ ਨੂੰ ਗੁਰਮੁਖ ਸਮਝਦੇ ਹਾਂ ਉਹਦੇ ਪਹਿਰਾਵੇ ਤੋਂ, ਜਾਂ ਉਹ ਕਿੰਨੀ ਬਾਣੀ ਪੜ੍ਹਦਾ ਆ, ਜਾਂ ਕਿਹੋ ਜਿਹੇ ਉਹਦੇ ਵਿਚਾਰ ਨੇ, ਅਸੀਂ ਉੱਥੋਂ ਅੰਦਾਜ਼ਾ ਲਗਾ ਲੈਂਦੇ ਹਾਂ, ਅਤੇ ਜਲਦੀ ਅੰਦਾਜ਼ਾ ਲਗਾ ਲੈਂਦੇ ਹਾਂ। ਪਰ ਸਾਡੇ ਜਿਉਂ ਅਸੀਂ ਗੱਲ 'ਚ ਵੱਧਦੇ ਜਾਂਦੇ ਹਾਂ, ਫਰੈਂਕ ਹੁੰਦੇ ਜਾਂਦੇ ਹਾਂ, ਅਤੇ ਉਹ ਫਿਰ ਓਲਾ ਹਟਦਾ ਜਾਂਦਾ, ਅਤੇ ਫਿਰ ਸਾਨੂੰ ਪਤਾ ਤਾਂ ਹੁੰਦਾ ਆ ਕਿ ਇਹ ਗਲਤ ਕੰਮ ਹੋ ਰਿਹਾ, ਪਰ ਨਿਕਲ ਨਹੀਂ ਪਾਉਂਦੇ।
ਉੱਥੇ ਫਿਰ ਵਿਵੇਕ ਬੁੱਧ ਦੀ ਲੋੜ ਹੁੰਦੀ ਹੈ। ਹੁਣ ਇਹਦੀ ਪਰਖ ਤੁਸੀਂ ਆਪ ਹੀ ਕਰ ਲਿਓ। ਕੋਈ ਵੀ ਇਨਸਾਨ ਹੈ ਜਿਹਦੇ ਨਾਲ ਤੁਸੀਂ ਰੋਜ਼ ਗੱਲ ਕਰਦੇ ਹੋ, ਉਹਨੇ ਜਾਂ ਤਾਂ ਤੁਹਾਡੀ ਸੰਗਤ ਬਣਨਾ ਆ ਜਾਂ ਤੁਹਾਡੀ ਕੁਸੰਗਤ ਬਣ ਜਾਣਾ। ਯਾਦ ਰੱਖਿਓ, ਜਾਂ ਤੇ ਉਹਨੇ ਤੁਹਾਡੀ ਸੰਗਤ ਬਣ ਜਾਣਾ ਹੈ। ਜੇ ਸੰਗਤ ਬਣ ਗਈ ਫਿਰ ਤਾਂ ਨਾਮ ਮਿਲੂਗਾ, ਜੇ ਕੁਸੰਗਤ ਬਣ ਗਈ ਫਿਰ ਵਿਕਾਰ ਮਿਲਣਗੇ ਤੇ ਕਦੀ ਵੀ ਬਾਹਰ ਨਹੀਂ ਨਿਕਲ ਪਾਓਗੇ। ਨਾ ਤੁਸੀਂ ਕਿਸੇ ਨੂੰ ਦੱਸ ਪਾਉਣਾ ਤੇ ਨਾ ਕੋਈ ਤੁਹਾਨੂੰ ਕੱਢ ਸਕਦਾ, ਕਿਉਂਕਿ ਅਕਸਰ ਆਪਣੀਆਂ ਗਲਤੀਆਂ ਅਸੀਂ ਕਿਸੇ ਨੂੰ ਦੱਸ ਨਹੀਂ ਪਾਉਂਦੇ, ਤੇ ਜੇ ਦੱਸ ਪਾਉਂਦੇ ਵੀ ਹਾਂ ਤੇ ਉਹ ਅੱਗੇ ਉਹੋ ਜਿਹਾ ਹੀ ਮਿਲਦਾ, ਕੋਈ ਉਹੋ ਜਿਹਾ ਹੀ ਜਿਹਨੇ ਉਹਨੂੰ ਵੀ ਆਪਣੇ ਨਾਲ ਹੀ ਜੋੜਨਾ ਹੁੰਦਾ। ਸੋ ਬਹੁਤ ਸਾਰੀਆਂ ਚੀਜ਼ਾਂ ਆ। ਇਹਦਾ ਇੱਕ ਪੋਸਟ ਵੀ ਪਵਾਈ ਸੀ ਗੁਰੂ ਸਾਹਿਬ ਨੇ, ਚਲੋ ਇਹਦੇ ਵਿੱਚ ਥੋੜ੍ਹਾ ਜਿਹਾ ਉਹਨੂੰ ਖੋਲ ਵੀ ਦਿੰਦੇ ਆ। ਕੋਈ ਵੀ ਪਰਸਨ ਆ, ਕੋਈ ਵੀ ਹੈ ਚਾਹੇ, ਅਗਰ ਉਹਦੇ ਨਾਲ ਗੱਲ ਕਰਦਿਆਂ ਤੁਹਾਡੇ ਅੰਦਰ ਵਾਹਿਗੁਰੂ ਦੀ ਉਸਤਤ ਨਿਕਲੇ, ਵਾਹਿਗੁਰੂ ਜਪਣ ਨੂੰ ਦਿਲ ਕਰੇ, ਅੰਮ੍ਰਿਤ ਵੇਲੇ ਉੱਠਣ ਨੂੰ ਦਿਲ ਕਰੇ, ਗੁਰੂ ਨਾਲ ਰਿਸ਼ਤਾ ਪੱਕਾ ਹੁੰਦਾ ਜਾਵੇ, ਉਹ ਸੱਚ ਦੀ ਸੰਗਤ ਆ। ਤੇ ਜੇ ਤੁਸੀਂ ਉਹਦੇ ਨਾਲ ਹੀ ਜੁੜਦੇ ਜਾ ਰਹੇ ਹੋ, ਉਹ ਤੁਹਾਡੇ ਨਾਲ ਜੁੜਦਾ ਜਾ ਰਿਹਾ ਹੈ, ਗੁਰੂ ਦੀ ਗੱਲ ਹੌਲੀ ਹੌਲੀ ਘਟਣੀ ਸ਼ੁਰੂ ਹੋ ਗਈ ਆ, ਜਾਂ ਗੱਲ ਦੀ ਸ਼ੁਰੂਆਤ ਹੁੰਦੀ ਹੈ ਗੁਰਬਾਣੀ ਤੋਂ ਤੇ ਉਹਦੀ ਸਮਾਪਤੀ ਹਰ ਰੋਜ਼ ਹੀ ਕਿਸੇ ਵਿਕਾਰੀ ਗੱਲ ਤੋਂ, ਕਿਸੇ ਐਵੇਂ ਫਾਲਤੂ ਦੀਆਂ ਗੱਲਾਂ ਤੇ ਆ ਕੇ ਖ਼ਤਮ ਹੋ ਰਹੀ ਆ, ਤੇ ਸਮਝ ਲਿਓ ਇਹ ਤੁਸੀਂ ਕੂੜ 'ਚ ਜਾ ਰਹੇ ਹੋ ਤੇ ਇਹਦਾ ਐਂਡ ਹੋ ਜਾਣਾ, ਬਹੁਤ ਮਾੜਾ ਐਂਡ ਹੋਣਾ, ਤੇ ਤੁਹਾਡੇ ਕੋਲ ਨਿਕਲਿਆ ਵੀ ਨਹੀਂ ਜਾਣਾ। ਜਿਸ ਨਾਲ ਵੀ ਗੁਰਮਤ ਲਈ ਜੁੜੇ ਹੋ ਤੇ ਸਿਰਫ ਗੁਰਮਤ ਦੀ ਗੱਲ ਕਰੋ, ਸਿਰਫ ਗੁਰਮਤ ਦੀ, ਦੂਜੀ ਕੋਈ ਗੱਲ ਹੀ ਨਹੀਂ ਕਰਨੀ। ਦੂਜੀਆਂ ਗੱਲਾਂ ਕਰਨ ਲਈ ਬਥੇਰੇ ਲੋਕ ਨੇ। ਜੇ ਤੁਸੀਂ ਗੁਰਮਤ 'ਚ ਵੀ ਇਹੋ ਚੀਜ਼ਾਂ ਵਾੜੋਗੇ ਨਾ ਤੇ ਤੁਸੀਂ ਆਪਣੀ ਸੰਗਤ ਨੂੰ ਕੁਸੰਗਤ ਕਰ ਬੈਠਣਾ। ਵੈਸੇ ਤਾਂ ਜਿਹੜਾ ਗੁਰਸਿੱਖ ਹੈ ਉਹਨੂੰ ਕੁਛ ਹੋਰ ਗੱਲ ਕਰਨੀ ਪਸੰਦ ਹੀ ਨਹੀਂ ਆ, ਉਹ ਆਪਣੇ ਤੇ ਗੱਲ ਆਉਣ ਹੀ ਨਹੀਂ ਦਿੰਦਾ, ਨਾ ਦੂਸਰੇ ਤੇ ਆਉਣ ਦਿੰਦਾ। ਉਹਨੇ ਸ਼ੁਰੂਆਤ ਗੁਰੂ ਤੋਂ ਕਰਨੀ ਤੇ ਗੁਰੂ ਤੇ ਸਮਾਪਤ ਕਰ ਦੇਣੀ। ਫਿਰ ਉਹਦੇ 'ਚ ਇੱਕ ਗੁਰਮਤ ਦਾ ਰਿਸ਼ਤਾ ਬਣਿਆ ਰਹਿੰਦਾ, ਇੱਕ ਸੰਗਤ ਬਣੀ ਰਹਿੰਦੀ ਆ, ਜਿਹਦੀਆਂ ਗੱਲਾਂ ਤੋਂ, ਜਿਹਦੀ ਲਿਖਤ 'ਚੋਂ ਇਹ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਇੱਥੇ ਕਾਮ ਵਿਆਪ ਰਿਹਾ ਹੈ, ਜਾਂ ਕੋਈ ਤ੍ਰਿਸ਼ਨਾ ਵਿਆਪ ਰਹੀ ਆ, ਕੋਈ ਇਹਦੀ ਕਿਸੇ ਗੱਲ ਦੇ ਵਿੱਚ ਲੋਭ ਦਾ ਅੰਸ਼ ਨਜ਼ਰ ਆ ਰਿਹਾ, ਉਸੇ ਵੇਲੇ ਪਿੱਛੇ ਹੋ ਜਾਓ। ਫਿਰ ਅਸੀਂ ਕੀ ਕਰਦੇ ਹਾਂ, ਪਤਾ ਤੇ ਹੁੰਦਾ ਹੈ ਗਲਤ ਆ, ਫਿਰ ਛੱਡ ਨਹੀਂ ਪਾਉਂਦੇ। ਫਿਰ ਉੱਥੇ ਅਸੀਂ ਨਿਮਰਤਾ ਨੂੰ ਵਿੱਚ ਲੈ ਆਉਂਦੇ ਹਾਂ ਕਿ ਜੇ ਅਸੀਂ ਪਿੱਛੇ ਹੋਵਾਂਗੇ ਤੇ ਅਗਲੇ ਦਾ ਦਿਲ ਟੁੱਟੂਗਾ, ਫਲਾਣ ਹੋਊਗਾ, ਢੀਂਗ ਹੋਊਗਾ। ਵੇਖੋ, ਗੁਰਮਤ ਜਿਹੜਾ ਵਿਵੇਕ ਆ, ਮਾਫ ਕਰਿਓ ਗੁਰਮਤ ਨਹੀਂ, ਜਿਹੜੀ ਵਿਵੇਕ ਬੁੱਧ ਆ ਤੇ ਜਿਹੜੀ ਨਿਮਰਤਾ ਆ, ਉਹਦਾ ਬੈਲੈਂਸ ਕਰਨਾ ਸਿੱਖੋ। ਜਿੱਥੇ ਚੀਜ਼ ਗਲਤ ਹੋ ਰਹੀ ਆ ਉੱਥੇ ਆਪਣੀ ਵਿਵੇਕ ਬੁੱਧ ਵਰਤਣੀ ਆ, ਤੇ ਜਿੱਥੇ ਨਿਮਰਤਾ ਚਾਹੀਦੀ ਉੱਥੇ ਨਿਮਰਤਾ ਹੋਣੀ ਚਾਹੀਦੀ ਹੈ। ਜਿੱਥੇ ਅਸੀਂ ਆਪਣੀ ਗਲਤੀ ਸਵੀਕਾਰ ਰਹੇ ਹਾਂ, ਜਿੱਥੇ ਸਾਡੀ ਗਲਤੀ ਆ ਉੱਥੇ ਢਹਿ ਜਾਓ, ਉੱਥੇ ਸਾਡੇ ਤੋਂ ਵਰਗਾ ਮਾੜਾ ਹੀ ਕੋਈ ਨਹੀਂ, ਅਸੀਂ ਸਭ ਤੋਂ ਨੀਵੇਂ ਆ ਉਸ ਕੰਮ 'ਚ। ਪਰ ਜਿੱਥੇ ਗੁਰਮਤ ਲਈ ਸਟੈਂਡ ਲੈਣਾ ਹੈ ਉੱਥੇ ਫਿਰ ਦੁਨੀਆ ਇੱਧਰ ਦੀ ਇੱਧਰ ਹੋ ਜੇ, ਕਦੇ ਵੀ ਇਹ ਨਹੀਂ ਸੋਚਣਾ, ਫਿਰ ਉਸ ਕੰਮ 'ਚ ਨਿਮਰਤਾ ਨਹੀਂ ਵੜਨੀ। ਕਿਉਂਕਿ ਅਗਰ ਤੁਸੀਂ ਕਿਸੇ ਤੋਂ ਪਿੱਛੇ ਵੀ ਹਟੋਗੇ ਨਾ ਤੇ ਗੁਰੂ ਨੂੰ ਪਤਾ ਆ ਤੁਸੀਂ ਨਫ਼ਰਤ ਨਹੀਂ ਕੀਤੀ, ਤੁਸੀਂ ਗੁਰਮਤ ਤੇ ਪਹਿਰਾ ਦਿੱਤਾ, ਤੁਸੀਂ ਵਿਵੇਕ ਬੁੱਧ ਤੇ ਪਹਿਰਾ ਦਿੱਤਾ। ਤੁਹਾਡੀ ਬੁੱਧ ਨੇ ਤੁਹਾਨੂੰ ਦੱਸਿਆ ਕਿ ਮੇਰੇ ਗੁਰੂ ਨੇ ਜੋ ਰਾਹ ਦੱਸਿਆ ਸੀ ਮੈਂ ਉਸ ਨੂੰ ਚੁਣਿਆ। ਮਨ ਦਾ ਕੀ ਹੈ, ਮਨ ਨੇ ਤਾਂ ਕੁਛ ਵੀ ਬੋਲਣਾ ਕਰਨਾ, ਪਰ ਜੇ ਤੁਸੀਂ ਵਿਵੇਕ ਬੁੱਧ ਦੇ ਅਨੁਸਾਰ ਫੈਸਲਾ ਲਵੋਗੇ ਤੇ ਇਹ ਜਿਹੜੇ ਛੇਕ ਆ ਨਾ, ਜਿਹੜੇ ਆਪਣੀ
ਰੂਹ ਦੇ ਵਿੱਚ ਛੇਕ ਜਿਹੜੇ ਆ, ਜਿੱਥੋਂ ਨਾਮ ਬਾਹਰ ਡੁੱਲ ਪੈਂਦਾ, ਜਿੱਥੋਂ ਜਪਿਆ ਹੋਇਆ ਵਿਅਰਥ ਚਲਾ ਜਾਂਦਾ। ਇਹ ਵਿਆਕੁਲਤਾ, ਇਹ ਰੋਜ਼ ਦੀਆਂ ਇਹ ਜਿਹੜੀ ਕਲਪ ਆ ਰੋਜ਼ ਦੀ, ਇਹ ਕਿਉਂ ਆ ਰਹੀ ਹੈ? ਇਹਨਾਂ ਛੇਕਾਂ ਚੋਂ ਹੀ ਆ ਰਹੀ ਹੈ। ਕਿਤੇ ਨਾ ਕਿਤੇ ਛੇਕ ਆ। ਜੇ ਅਰਦਾਸ ਕਰਕੇ ਤੁਸੀਂ ਉਹ ਛੇਕ ਬੰਦ ਕਰਦੇ ਹੋ ਨਾ, ਤੇ ਇੱਕਦਮ ਸੱਚ ਦੀ ਸੰਗਤ ਦੇ ਨਾਲ ਤੁਹਾਡਾ ਰਾਬਤਾ ਹੋ ਜਾਣਾ। ਤੁਹਾਡਾ ਗੁਰੂ ਗੁਰੂ ਜਪਣਾ, ਡੇਲੀ ਹਰ ਵੇਲੇ ਜਪਣਾ, ਉਹਨੂੰ ਧਿਆਉਣਾ, ਉਹਦੇ ਗੁਣਾਂ ਦੀ ਵਡਿਆਈ ਕਰਦੇ ਰਹਿਣਾ ਅੰਦਰ ਹੀ ਅੰਦਰ। ਭਾਵੇਂ ਕਿਸੇ ਨਾਲ ਵੀ ਨਾ ਕਰੋ, ਖੁਦ ਦੇ ਨਾਲ ਹੀ। ਯਾਰ ਤੁਸੀਂ ਖੁਦ ਲਈ ਵੀ ਆਏ ਹੋ। ਤੁਸੀਂ ਆਪਣੇ ਆਪ ਦੇ ਵਿੱਚ, ਤੁਸੀਂ ਪੂਰਾ ਸੰਸਾਰ ਹੋ, ਤੁਸੀਂ ਇਕੱਲੇ ਨਹੀਂ ਹੋ। ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਤਾਲਾ। ਹਰ ਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਕੋਈ ਨਹੀਂ ਪ੍ਰਗਟ ਕਰ ਸਕਦਾ। ਤੁਸੀਂ ਖੁਦ ਪ੍ਰਗਟ ਕਰਨਾ ਅੰਦਰੋਂ, ਗੁਰੂ ਦੀ ਮੱਤ ਲੈ ਕੇ। ਗੁਰੂ ਨੇ ਹੀ ਤੁਹਾਨੂੰ ਸਿੱਧਾ ਰਾਹ ਪਾਉਣਾ। ਤੇ ਜਦੋਂ ਤੁਸੀਂ ਜਪੋਗੇ ਨਾ, ਗੁਰੂ ਅੰਦਰੋਂ ਹੀ ਬੋਲੂਗਾ ਤੁਹਾਡੇ। ਸੋ ਜਪਦੇ ਰਹੋ, ਪੋਜ਼ਿਟਿਵ ਰਹੋ, ਸੱਚ ਦੀ ਸੰਗਤ 'ਚ ਰਹੋ। ਵਾਹਿਗੁਰੂ ਜੀ।